ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਆਪ ਸਾਰੇ ਹੀ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਦਸਵੇਂ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ, ਆਪਣਾ ਆਪ ਪ੍ਰਕਾਸ਼ ਕੀਤਾ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਆਪਣਾ ਲੋਕ ਪਰਲੋਕ ਸੁਹੇਲਾ ਬਣਾ ਰਹੇ ਹੋ। ਕਲਗੀਧਰ ਦਸਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਇਹੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਅਤੇ ਇਹ ਸਭ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਹੈ। ਸੋ ਸਾਧ ਸੰਗਤ ਜੀ, ਇਸ ਸਮੇਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ 8ਵੀਂ ਰਾਸ ਚੱਲ ਰਹੀ ਹੈ। ਪਿਛਲੇ ਪ੍ਰਸੰਗ ਅੰਦਰ ਆਪ ਸਾਰਿਆਂ ਨੇ ਸਰਵਣ ਕੀਤਾ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਹਨ। ਜਿਸ ਵੇਲੇ ਪੰਚਮ ਪਿਤਾ ਜੀ ਜੋਤੀ ਜੋਤ ਸਮਾਏ, ਛੇਵੇਂ ਪਾਤਸ਼ਾਹ ਗੁਰਤਾ ਗੱਦੀ 'ਤੇ ਸੁਭਾਇਮਾਨ ਹੋਏ, ਅਕਾਲ ਭੂੰਗਾ ਰਚਿਆ, ਐਲਾਨ ਕੀਤਾ, ਹੁਕਮਨਾਮੇ ਭੇਜੇ, ਜਿਹੜਾ ਵੀ ਗੁਰੂ ਕਾ ਸਿੱਖ ਹੈ ਸਾਡੀ ਖੁਸ਼ੀ ਲਈ ਚੰਗੀ ਨਸਲ ਦੇ ਘੋੜੇ ਅਤੇ ਹਥਿਆਰ ਲੈ ਕੇ ਆਉਣ, ਉਹਨਾਂ ਦੇ ਉੱਪਰ ਸਾਡੀ ਖੁਸ਼ੀ ਹੋਵੇਗੀ। ਸੋ ਜਿਨ੍ਹਾਂ ਨੂੰ ਪਤਾ ਸੀ ਉਹ ਤਾਂ ਘੋੜੇ ਹਥਿਆਰ ਲੈ ਕੇ ਆਉਂਦੇ ਰਹੇ, ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹ ਵਸਤਰ ਧਨ ਗਹਿਣੇ ਆਦਿਕ ਲਿਆਉਂਦੇ ਰਹੇ। ਖੁਸ਼ੀ ਤਾਂ ਉਹਨਾਂ ਦੇ ਉੱਪਰ ਵੀ ਹੁੰਦੀ ਸੀ, ਪਰ ਵਿਸ਼ੇਸ਼ ਕਿਰਪਾ ਘੋੜੇ ਅਤੇ ਹਥਿਆਰ ਲਿਆਉਣ ਵਾਲਿਆਂ ਦੇ ਉੱਪਰ ਹੁੰਦੀ ਸੀ। ਇਸੇ ਤਰ੍ਹਾਂ ਇੱਕ ਸੌਦਾਗਰ ਸਿੱਖ, ਉਹ ਨਿਤ ਹੀ ਦਸਵੰਧ ਦੀ ਮਾਇਆ ਕੱਢਿਆ ਕਰਦਾ ਸੀ। ਚੰਗਾ ਉਹਦਾ ਕਾਰੋਬਾਰ ਸੀ, ਵਣਜ ਵਪਾਰ ਦਾ, ਜਹਾਜ਼ ਭਰ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਵਪਾਰ ਕਰਨ ਜਾਂਦਾ, ਚੰਗੀ ਆਮਦਨ ਹੁੰਦੀ, ਦਸਵੰਧ ਦੀ ਮਾਇਆ ਕੱਢ ਕੱਢ ਕੇ ਰੱਖਦਾ ਰਿਹਾ। ਇਸ ਤਰ੍ਹਾਂ ਮਾਇਆ ਇਕੱਠੀ ਹੋ ਗਈ, ਚੰਗੀ ਨਸਲ ਦਾ ਘੋੜਾ ਖਰੀਦਿਆ, ਇੱਕ ਚਿੱਟਾ ਬਾਜ, ਇੱਕ ਦੁਧਾਰਾ ਖੰਡਾ ਔਰ ਕਲਗੀ ਹੀਰੇ ਜਵਾਹਰਾਤ ਜੜੀ ਹੋਈ, ਇਹ ਸਭ ਭੇਟਾ ਲੈ ਕੇ ਆਇਆ ਗੁਰੂ ਚਰਨਾਂ ਵਿੱਚ। ਗੁਰੂ ਸਾਹਿਬ ਨੇ ਪੁੱਛਿਆ, ਭਾਈ ਕਿਸ ਦੇਸ਼ ਤੋਂ ਆਇਆ ਹੈ ਤੇ ਤੇਰੀ ਕੀ ਭਾਵਨਾ ਕਾਮਨਾ ਹੈ? ਮਹਾਰਾਜ, ਬਦਖਸਾਂ ਦੇਸ਼ ਤੋਂ ਮੈਂ ਆਇਆ ਹਾਂ। ਤੁਹਾਡੇ ਕੋਲ ਇੱਕ ਫਕੀਰ ਰਹਿੰਦਾ ਹੁੰਦਾ ਸੀ, ਉਸਨੇ ਇਹ ਗੱਲ ਦੱਸੀ, ਜੋ ਘੋੜੇ ਅਤੇ ਹਥਿਆਰ ਲੈ ਕੇ ਜਾਂਦਾ ਹੈ ਗੁਰੂ ਸਾਹਿਬ ਜੀ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ, ਵਿਸ਼ੇਸ਼ ਖੁਸ਼ੀ ਹੁੰਦੀ ਹੈ। ਸੋ ਇਹ ਸਭ ਚੀਜ਼ਾਂ ਆਪ ਜੀ ਦੀ ਕਿਰਪਾ ਦਾ ਸਦਕਾ ਦਸਵੰਧ ਦੀ ਮਾਇਆ ਨਾਲ ਮੈਂ ਮੁੱਲ ਖਰੀਦ ਕੇ ਲਿਆਂਦਾ ਹਾਂ, ਆਪ ਅੰਗੀਕਾਰ ਕਰੋ। ਗੁਰੂ ਸਾਹਿਬ ਜੀ ਨੇ ਉਸਦਾ ਜਨਮ ਮਰਨ ਕੱਟ ਦਿੱਤਾ। ਬੇਨਤੀ ਕੀਤੀ, ਗੁਰੂ ਗਰੀਬ ਨਿਵਾਜ, ਜਿਸ ਜਿਸ ਯੁੱਗ ਵਿੱਚ ਜਿਸ ਜਿਸ ਥਾਂ 'ਤੇ ਆਪ ਜੀ ਦਾ ਅਵਤਾਰ ਹੋਵੇ, ਨਾਲ ਮੇਰਾ ਵੀ ਜਨਮ ਹੋਵੇ ਤਾਂ ਕਿ ਮੈਂ ਹਮੇਸ਼ਾ ਆਪ ਜੀ ਦੇ ਨਾਲ ਮਿਲਿਆ ਰਹਾਂ। ਗੁਰੂ ਸਾਹਿਬ ਜੀ ਨੇ ਉਸ ਦੇ ਉੱਪਰ ਕਿਰਪਾ ਦ੍ਰਿਸ਼ਟੀ ਕਰਕੇ ਜਨਮ ਮਰਨ ਕੱਟ ਦਿੱਤਾ। ਕਿਹਾ ਕਿ ਤੇਰਾ ਹੁਣ ਆਵਾਗਮਨ, ਆਉਣਾ ਜਾਣਾ, ਜੰਮਣਾ ਮਰਨਾ ਕੱਟ ਦਿੱਤਾ, ਪੁਨਰਵ ਜਨਮ ਨਹੀਂ ਹੋਵੇਗਾ, ਤੂੰ ਸਾਡੇ ਵਿੱਚ ਅਭੇਦ ਰਹੇਗਾ।
ਸੋ ਉਹ ਸਭ ਵਸਤੂਆਂ ਗੁਰੂ ਸਾਹਿਬ ਜੀ ਨੇ ਘੋੜੇ ਨੂੰ ਦੇਖਿਆ, ਬਾਜ ਹੱਥ ਤੇ ਬਿਠਾ ਕੇ ਦੇਖਿਆ। ਚਿੱਟਾ ਬਾਜ ਸੀ, ਬਹੁਤ ਸੁੰਦਰ ਸੀ, ਪਿਆਰਾ ਲੱਗਦਾ ਸੀ। ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੇ ਉਸ ਬਾਜ ਨੂੰ ਦੇਖ ਕੇ ਕਿਹਾ ਕਿ ਇਹ ਤਾਂ ਦੂਰ ਦੇਸ਼ ਤੋਂ ਆਇਆ ਹੋਣਾ ਔਰ ਬਹੁਤ ਚੰਗੀ ਨਸਲ ਦਾ ਹੈ ਔਰ ਬਹੁਤ ਗੁਣਵਾਨ ਜਾਪਦਾ ਹੈ। ਚਿੱਤ ਦੀ ਇੱਛਾ ਜਾਣ ਕੇ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਨੇ ਉਹ ਬਾਜ ਭਾਈ ਗੁਰਦਿੱਤਾ ਜੀ ਨੂੰ, ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ ਕਿ ਇਸ ਨੂੰ ਮੀਰ ਸ਼ਿਕਾਰੀਆਂ ਦੇ ਨਾਲ ਬਾਜ ਲੈ ਕੇ ਸ਼ਿਕਾਰ ਖੇਡਣ ਜਾਇਆ ਕਰਿਓ। ਤੇ ਘੋੜਾ ਤੇ ਖੰਡਾ ਤੇ ਪੁਸ਼ਾਕ ਪੈਂਦੇ ਖਾਂ ਪਠਾਨ ਨੂੰ ਦੇ ਦਿੱਤਾ। ਪੈਂਦੇ ਖਾਂ ਪਠਾਨ ਦੇ ਉੱਪਰ ਨਜ਼ਰ ਪਈ, ਉਸ ਨੂੰ ਸੱਦ ਕੇ ਇਹ ਸਭ ਚੀਜ਼ਾਂ ਦਿੱਤੀਆਂ। ਉਹ ਸਭ ਚੀਜ਼ਾਂ ਲੈ ਕੇ ਬੜਾ ਖੁਸ਼ ਹੁੰਦਾ ਹੈ, ਪਰ ਹੰਕਾਰ ਵੀ ਬੜਾ ਕਰਦਾ ਹੈ ਕਿ ਗੁਰੂ ਸਾਹਿਬ ਜੀ ਸਾਰਿਆਂ ਨੂੰ ਨਜ਼ਰ ਅੰਦਾਜ਼ ਕਰਕੇ ਮੇਰੇ 'ਤੇ ਵਿਸ਼ੇਸ਼ ਕਿਰਪਾ ਕਰਦੇ ਹਨ, ਦੁਰਲਭ ਵਸਤੂਆਂ ਮੈਨੂੰ ਦਿੰਦੇ ਹਨ। ਜਦੋਂ ਗੁਰੂ ਸਾਹਿਬ ਜੀ ਕੋਈ ਵਸਤੂ ਸਿੱਖ ਲਿਆਉਂਦਾ ਸੀ, ਪੈਂਦੇ ਖਾਂ ਪਠਾਨ ਨੂੰ ਦੇ ਦਿਆ ਕਰਦੇ ਸਨ, ਭਾਵੇਂ ਘੋੜਾ ਹੋਵੇ ਭਾਵੇਂ ਹਥਿਆਰ ਹੋਵੇ। ਤਾਂ ਸਿੱਖ ਸੂਰਮੇ ਨਾਰਾਜ਼ ਹੁੰਦੇ ਸਨ, ਮਨ ਵਿੱਚ ਖੁਣਸ ਖਾਂਦੇ ਸਨ ਕਿ ਤੁਰਕ ਨੂੰ ਇੰਨਾ ਪਿਆਰ ਕਿਉਂ ਦਿੰਦੇ ਹਨ। ਸਿੱਖ ਸੂਰਮੇ ਅਸੀਂ ਵੀ ਹਾਂ, ਅਸੀਂ ਵੀ ਜੰਗ ਯੁੱਧ ਕਰਦੇ ਹਾਂ, ਪਰ ਗੁਰੂ ਸਾਹਿਬ ਜੀ ਸਾਡੇ ਉੱਪਰ ਇੰਨੇ ਪ੍ਰਸੰਨ ਨਹੀਂ ਹੁੰਦੇ ਜਿੰਨਾ ਪੈਂਦੇ ਖਾਂ ਪਠਾਨ ਦੇ ਉੱਪਰ ਪ੍ਰਸੰਨ ਹੁੰਦੇ ਹਨ। ਗੁਰੂ ਸਾਹਿਬ ਨੇ ਕਿਹਾ ਇਹ ਯਤੀਮ ਹੈ, ਇਹਦਾ ਕੋਈ ਮਾਈ ਬਾਪ ਨਹੀਂ, ਇਸ ਕਰਕੇ ਪੁੱਤਰਾਂ ਵਾਂਗ ਇਸ ਨੂੰ ਪਾਲਿਆ ਹੈ। ਇਸ ਕਰਕੇ ਪਿਤਾ ਦੀ ਵਸਤੂ ਦਾ ਅਧਿਕਾਰੀ ਪੁੱਤਰ ਹੁੰਦਾ ਹੈ, ਇਸ ਕਰਕੇ ਅਸੀਂ ਦਿੰਦੇ ਹਾਂ। ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਹ ਪੁਸ਼ਾਕ ਤੇ ਖੰਡਾ ਗਾਤਰੇ ਸਜਾ ਕਰਕੇ ਔਰ ਘੋੜੇ 'ਤੇ ਅਸਵਾਰ ਹੋ ਕੇ ਜਦੋਂ ਵੀ ਦਰਬਾਰ ਵਿੱਚ ਆਉਣਾ, ਇਹ ਸਭ ਚੀਜ਼ਾਂ ਪਹਿਨ ਕੇ ਆਉਣਾ। ਉਹ ਲੈ ਕੇ ਖੁਸ਼ ਹੋ ਕਰਕੇ ਜਾਂਦਾ ਹੈ। ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਹਨ, ਗੁਰੂ ਸਾਹਿਬ ਜੀ ਨੇ ਪੈਂਦੇ ਖਾਂ ਪਠਾਨ ਨੂੰ ਕਿਹਾ ਘੋੜੇ 'ਤੇ ਚੜ੍ਹ ਕੇ ਫੇਰ ਕੇ ਲਿਆ, ਦਿਖਾ ਇਸ ਦੀ ਚਾਲ। ਪੈਂਦੇ ਖਾਂ ਪਠਾਨ ਨੇ ਪਹਿਲਾਂ ਹੌਲੀ ਚਾਲ ਦੇ ਨਾਲ ਘੋੜਾ ਚਲਾਇਆ, ਫਿਰ ਤੇਜ਼ ਵਗਾਇਆ, ਛਾਲਾਂ ਮਰਵਾਈਆਂ, ਘੁੰਮ ਫਿਰ ਕੇ ਆਇਆ ਤੇ ਕਿਹਾ ਇਹ ਘੋੜਾ ਦਾ ਬਾਉ ਬੜੌਲਾ ਵਾਂਗ ਭੱਜਦਾ ਹੈ। ਪੌਣ ਕੇ ਗੌਨ ਕੋ ਯਾਦ ਨਿਵਾਰੇ, ਉਹ ਹਵਾ ਨੂੰ ਵੀ ਪਿੱਛੇ ਛੱਡ ਦਿੰਦਾ ਹੈ, ਹਰਨਾਂ ਤੋਂ ਵੀ ਤੇਜ਼ ਦੌੜਦਾ ਹੈ। ਜਦੋਂ ਆਇਆ ਤੇ ਬਲ ਅਰ ਬੇਗ ਸਹਿਤ ਦਿਖ ਰਾਈ, ਗੁਰ ਸਮੀਪ ਤਬ ਆਨ ਖੜੋਵਾ। ਗੁਰਾਂ ਦੇ ਕੋਲ ਪੈਂਦੇ ਖਾਂ ਪਠਾਨ ਵਾਪਸ ਮੁੜ ਕੇ ਆਇਆ, ਖਲੋ ਗਿਆ। ਦੇਖਤ ਸਭ ਕੇ ਆਨੰਦ ਹੋਵਾ, ਗੁਰ ਪ੍ਰਸੰਨ ਹੋਏ ਕਹਿਓ ਸੁਨਾਏ। ਸ੍ਰੀ ਗੁਰਦਿੱਤਾ ਪ੍ਰਾਤ ਸਿਧਾਏ ਕਿ ਸਾਹਿਬਜ਼ਾਦਾ ਗੁਰਦਿੱਤਾ ਜੀ ਪ੍ਰਾਤः ਕਾਲ ਸ਼ਿਕਾਰ ਖੇਡਣ ਜਾਣਗੇ। ਹੇਦਾ ਖੇਰ ਕੇ ਸੰਗ ਚੜੀ ਜਾਏ, ਪੈਂਦੇ ਖਾਂ ਬਾਬਾ ਗੁਰਦਿੱਤਾ ਜੀ ਦੇ ਨਾਲ ਸਾਹਿਬਜ਼ਾਦੇ ਦੇ ਨਾਲ ਤੂੰ ਚੜ੍ਹ ਕੇ ਜਾਣਾ। ਬਾਜ ਵਿਹੰਗਮ ਪਰ ਖੀਜੈ, ਇਸ ਬਾਜ ਦੀ ਪਰਖ ਕਰਨੀ ਪੰਛੀਆਂ ਦੇ ਉੱਪਰ ਛੱਡ ਕੇ। ਅਬ ਤੂੰ ਸਦਨ ਜਾਓ ਸੁਖ ਪਾਏ, ਹੁਣ ਤੂੰ ਘਰ ਜਾ ਸੁਖ ਪਾਉਣਾ ਕਰ। ਸਵੇਰ ਹੁੰਦਿਆਂ ਤੂੰ ਆ ਜਾਵੀਂ, ਘੋੜੇ 'ਤੇ ਅਸਵਾਰ ਹੋ ਕੇ ਖੰਡਾ ਸਜਾ ਕਰਕੇ ਪੁਸ਼ਾਕ ਪਾ ਕਰਕੇ। ਤਾਂ ਪੈਂਦੇ ਖਾਂ ਕੀਨਸ ਪੁਨ ਨਮੋ, ਪੁਨः ਨਮਸਕਾਰ ਕੀਤੀ, ਪ੍ਰਸੰਨ ਹੋ ਕਰਕੇ ਉਸ ਸਮੇਂ ਆਪਣੇ ਘਰ ਨੂੰ ਗਿਆ। ਗੁਰੂ ਕਿਰਪਾ ਲਹਿ ਗਰਭ ਵਧਾਇਓ, ਗੁਰੂ ਮਹਾਰਾਜ ਜੀ ਦੀ ਕਿਰਪਾ ਪਾ ਕੇ ਬਖਸ਼ਿਸ਼ਾਂ ਪਾ ਕਰਕੇ ਬੜਾ ਹੰਕਾਰ ਕਰਨ ਲੱਗਿਆ। ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਛੱਡ ਕੇ ਪੁਸ਼ਾਕ, ਜੜੀਦਾਰ ਪੁਸ਼ਾਕ ਦਿੱਤੀ, ਘੋੜਾ ਦਿੱਤਾ, ਖੰਡਾ ਦਿੱਤਾ। ਹੰਕਾਰ ਕਰਦਾ ਹੈ, ਮੋਹ ਸਮ ਜਗ ਮਹਿ ਅਪਰ ਨ ਜਾਇਓ, ਮੇਰੇ ਵਰਗਾ ਜਗ ਵਿੱਚ ਹੋਰ ਕੋਈ ਜੰਮਿਆ ਹੀ ਨਹੀਂ। ਇੰਨਾ ਹੰਕਾਰ ਕਰਦਾ ਪੈਂਦੇ ਖਾਂ। ਹੁਣ ਅਗਲੀ ਕਥਾ ਸਰਵਣ ਕਰਨ ਦੇ ਲਈ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰਉ, ਗੁਰ ਪਾਰ ਬ੍ਰਹਮ ਸਦਾ ਨਮਸਕਾਰਉ। ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਵਸਾਉਂਦੇ ਹੋਏ ਰਸਨਾ ਪਵਿੱਤਰ ਕਰੀਏ।
ਸਾਰੇ ਮਾਈ ਭਾਈ ਗੱਜ ਵੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਫੇਰ ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਚੌਹ ਦਿਸ ਮਹਿ ਜੋ ਵਸਤ ਅਜਾਇਬ। ਸੋ ਸਾਧ ਸੰਗਤ ਜੀ, ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਵਰਣਨ ਕਰ ਰਹੇ ਹਨ। ਚਾਰੇ ਦਿਸ਼ਾਵਾਂ ਤੋਂ ਜੋ ਅਜਾਇਬ ਦੁਰਲਭ ਵਸਤੂਆਂ ਆਉਂਦੀਆਂ ਹਨ, ਸੋ ਆਵਹਿ ਹਿਤ ਸਤਿਗੁਰ ਸਾਹਿਬ। ਉਹ ਸਤਿਗੁਰ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿਖੇ ਸਿੱਖ ਅਰਪਣ ਕਰਦੇ ਹਨ, ਭੇਟਾ ਕਰਦੇ ਹਨ। ਨਿਜ ਹਿਤ ਅੰਗੀਕਾਰ ਨ ਕਰੈ। ਸਤਿਗੁਰੂ ਮਹਾਰਾਜ ਆਪਣੇ ਵਾਸਤੇ ਅੰਗੀਕਾਰ ਨਹੀਂ ਕਰਦੇ ਹਨ। ਅਪਰ ਕਿਸੂ ਪਰ ਨਜ਼ਰ ਨ ਤਰੈ। ਪੈਂਦੇ ਖਾਂ ਸੋਚਦਾ ਹੈ ਗੁਰੂ ਸਾਹਿਬ ਜੀ ਹੋਰ ਕਿਸੇ ਸਿੱਖ ਸੂਰਮੇ ਦੇ ਉੱਪਰ ਨਜ਼ਰ ਨਹੀਂ ਕਰਦੇ, ਸਭ ਨੂੰ ਨਜ਼ਰ ਅੰਦਾਜ਼ ਕਰਕੇ ਮੈਨੂੰ ਹੀ ਬਖਸ਼ਿਸ਼ਾਂ ਕਰਦੇ ਰਹਿੰਦੇ ਹਨ। ਸੁਤ ਆਦਿਕ ਸਭ ਹਨ ਕੋ ਤਿਆਗ। ਪੁੱਤਰ ਸਿੱਖ ਸਾਰਿਆਂ ਨੂੰ ਛੱਡ ਕਰਕੇ ਮੋਹ ਪਰ ਕਰਹਿ ਅਧਿਕ ਅਨੁਰਾਗ। ਮੇਰੇ ਉੱਪਰ ਬਹੁਤਾ ਪ੍ਰੇਮ ਕਰਦੇ ਹਨ। ਬਲੀ ਸੂਰਮਾ ਡੀਲ ਬਿਲੰਦ। ਕਿਉਂਕਿ ਮੈਂ ਵੱਡਾ ਸੂਰਮਾ ਹਾਂ, ਡੀਲ ਡੌਲ ਵਾਲਾ ਹਾਂ, ਤਕੜਾ ਹਾਂ, ਭਲਵਾਨ ਹਾਂ। ਮੁਝ ਕੋ ਜਾਨ ਹੈ ਧਰਹ ਆਨੰਦ। ਮੈਨੂੰ ਬਲਵਾਨ ਬਲਿਸ਼ਟ ਜਾਣ ਕਰਕੇ ਆਨੰਦ ਧਾਰਦੇ ਹਨ। ਜੋ ਸਿੱਖ ਲਿਆਵਤ ਵਸਤੁਨ ਆਛੇ। ਜੋ ਵੀ ਸਿੱਖ ਚੰਗੀਆਂ ਵਸਤੂਆਂ ਲਿਆਉਂਦਾ ਹੈ, ਸੋ ਮੁਝ ਕੋ ਦੇਵਤ ਬਿਨ ਬਾਛੇ। ਔਰ ਬਿਨਾਂ ਮੰਗਿਆ ਹੀ ਗੁਰੂ ਸਾਹਿਬ ਜੀ ਮੈਨੂੰ ਦੇ ਦਿੰਦੇ ਹਨ। ਅਪਰ ਨ ਮੁਝ ਸਮਾਨ ਕੋ ਹੀਰਾ। ਮੇਰੇ ਵਰਗਾ ਹੋਰ ਕਿਸੇ ਨੂੰ ਨਹੀਂ ਦੇਖਦੇ। ਜਨ ਕੋ ਧਰੈ ਭਰੋਸ ਬਡੇਰੇ। ਔਰ ਮੇਰੇ ਉੱਪਰ ਬਹੁਤ ਭਰੋਸਾ ਧਾਰਦੇ ਹਨ। ਵਿਜੈ ਇਸੀ ਤੇ ਹਮ ਕਬ ਪਾਵਹਿ। ਪੈਂਦੇ ਖਾਂ ਆਪਣੇ ਮਨ ਵਿੱਚ ਹੰਕਾਰ ਕਰਦਾ ਹੋਇਆ ਸੋਚਦਾ ਹੈ ਕਿ ਗੁਰੂ ਸਾਹਿਬ ਜੀ ਸੋਚਦੇ ਹਨ ਇਸੇ ਦੇ ਕਰਕੇ ਅਸੀਂ ਵਿਜੈ ਪਾਵਾਂਗੇ। ਹਿਮ ਜਾਣਤ ਸੁਭ ਵਸਤ ਦਿਵਾਵੈ। ਇਹੀ ਜਾਣ ਕਰਕੇ ਸਾਨੂੰ ਸ਼ੁਭ ਵਸਤੂਆਂ ਦਿਵਾਉਂਦੇ ਹਨ। ਔਰ ਹੰਕਾਰ ਕਰਦਾ ਕਿ ਗੁਰੂ ਸਾਹਿਬ ਜੀ ਨੇ ਸਾਡੇ ਕਰਕੇ ਹੀ ਜੰਗ ਜਿੱਤਿਆ ਹੈ, ਜੇ ਮੈਂ ਨਾ ਹੁੰਦਾ ਤੇ ਗੁਰੂ ਸਾਹਿਬ ਜੀ ਨੇ ਜੰਗ ਨਹੀਂ ਸੀ ਜਿੱਤਣਾ। ਇੰਨਾ ਹੰਕਾਰ ਹੈ ਪੈਂਦੇ ਖਾਂ ਦੇ ਮਨ ਵਿੱਚ ਕਿ ਮੈਨੂੰ ਬਲੀ ਜਾਣ ਕੇ ਸੂਰਮਾ ਜਾਣ ਕੇ ਪਿਆਰ ਕਰਦੇ ਹਨ, ਬਖਸ਼ਿਸ਼ਾਂ ਕਰਦੇ ਹਨ। ਇਤਿਆਦਿਕ ਅਹੰਕਾਰ ਕਰੰਤਾ। ਇਤਿਆਦਿਕ ਬਹੁਤ ਹੰਕਾਰ ਕਰਦਾ ਹੈ ਪੈਂਦੇ ਖਾਂ। ਖਾਨ ਜਾਤ ਖਾਨ ਹਰ ਖੰਤਾ। ਖਾਨ ਪੈਂਦੇ ਖਾਨ ਪਠਾਨ ਆਪਣੇ ਖਾਨ ਹੈ, ਆਪਣੇ ਘਰ ਵਿੱਚ ਖੁਸ਼ ਹੋ ਕੇ ਜਾਂਦਾ ਹੈ। ਜਿਹ ਹੰਕਾਰ ਲੰਕਪਤ ਮਾਰਾ। ਜਿਸ ਹੰਕਾਰ ਨੇ ਲੰਕਾਪਤੀ ਰਾਵਣ ਨੂੰ ਮਾਰਿਆ, ਕਿਸੇ ਦਾ ਹੰਕਾਰ ਨਹੀਂ ਰਿਹਾ। ਹੰਕਾਰਿਆ ਸੋ ਮਾਰਿਆ। ਹਰ ਜੀਓ ਹੰਕਾਰ ਨ ਭਾਵੇ ਵੇਦ ਕੂਕ ਸੁਣਾਵੇ। ਜਿਸ ਨੇ ਵੀ ਹੰਕਾਰ ਕੀਤਾ ਸਭ ਮਾਰੇ ਗਏ। ਕੁਲ ਕੈ ਰਵ ਕੋ ਸਕਲ ਸੰਗਾਰਾ। कैरवा ने हंकार कीता, मेरी मेरी कैरों करते दुर्योधन से भाई। 12 योजन छत्र चले था, देही गिरज न खाई। जिस वेले अंत वेले महाभारत के युद्ध के अंत समय जदों दुर्योधन मारिया गया तो उसकी देही रुलती रही, गिरजा ने भी नहीं खाधी, देही गिरज न खाई। वो 100 भरा मेरी मेरी करते हुए हंकार करके मारे गए। हर नाखस हिर नाछ न रहे। हर नाखस ते हरन कश्यप भी नहीं रहे, इन्होंने भी हंकार किया। हरनाखस ने जले हरनाखस थले हरनाखस अपना नाम जपाया सारी लुकाई नूं, पर उसे दा पुत्र प्रहलाद राम नाम जपदा सी। उसनूं बड़े तसीहे दिते, पर उसने राम नाम जपना छड्या नहीं, पिता का नाम लेना स्वीकार नहीं किया। नरसिंह भगवान ने हरनाखस दुष्ट नूं मार के प्रहलाद नूं
ਬਚਾਇਆ ਔਰ ਉਹਦੀ ਰੱਖਿਆ ਕੀਤੀ। ਸੰਤ ਪਦ ਦੇ ਨਾਲ ਨਿਵਾਜਿਆ। ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਹਰਨਾਕਸ ਨਖੈ ਵਿਦਾਰੇ। ਹਰਨਾਕਸ ਨੂੰ ਨੌਹਾਂ ਦੇ ਨਾਲ ਨਰ ਸਿੰਘ, ਅੱਧਾ ਸਰੀਰ ਸ਼ੇਰ ਦਾ ਅੱਧਾ ਮਨੁੱਖ ਦਾ ਸੀ, ਔਰ ਨੌਹਾਂ ਦੇ ਨਾਲ ਪੱਟਾਂ 'ਤੇ ਰੱਖ ਕੇ ਛਾਤੀ ਪਾੜ ਦਿੱਤੀ ਸੀ। ਹਰਨਾਕਸ ਦੁਸ਼ਟ ਨੂੰ ਮਾਰਿਆ। ਹਰਨਕਸ਼ਪ ਉਸ ਦਾ ਵੱਡਾ ਭਰਾ ਸੀ, ਜੋ ਇੱਕ ਵਾਰੀ ਬਰਮਾ ਵੇਦ ਪੜ੍ਹਦਾ ਸੌਂ ਗਿਆ ਅਤੇ ਚਾਰੇ ਵੇਦ ਚੁਰਾ ਲਏ ਹਰਨਕਸ਼ਪ ਨੇ, ਔਰ ਸਾਰੀ ਧਰਤੀ ਨੂੰ ਸਮੇਟ ਕਰਕੇ ਰਸਾਤਲ ਵਿੱਚ ਲੈ ਗਿਆ। ਜੇ 7 ਪਤਾਲ ਵਿੱਚੋਂ 6ਵੇਂ ਨੰਬਰ 'ਤੇ ਰਸਾਤਲ ਆਉਂਦਾ ਹੈ। ਅਤਲ, ਵਿਤਲ, ਸੁਤਲ, ਤਲਾਤਲ, ਰਸਾਤਲ, ਮਹਾਤਲ। 6ਵੇਂ ਨੰਬਰ 'ਤੇ ਰਸਾਤਲ ਆਉਂਦਾ। ਰਸਾਤਲ ਵਿੱਚ ਜਾ ਕੇ ਗੰਦਗੀ ਦੇ ਢੇਰ 'ਤੇ ਚਾਰੇ ਵੇਦ ਰੱਖ ਦਿੱਤੇ। ਉਸ ਵੇਲੇ 52 ਅਵਤਾਰ ਧਾਰਿਆ ਭਗਵਾਨ ਨੇ ਹਰਨਕਸ਼ਪ ਦੇ ਨਾਲ ਜੰਗ ਕਰਕੇ ਉਸ ਨੂੰ ਮਾਰ ਕੇ ਚਾਰੇ ਵੇਦ ਲਿਆ ਕੇ, ਔਰ ਚਾਰੇ ਵੇਦ ਬ੍ਰਹਮੇ ਕਉ ਦੀਏ, ਬਰਮਾ ਨੂੰ ਚਾਰੇ ਵੇਦ ਵਾਪਸ ਕੀਤੇ ਤੇ ਧਰਤੀ ਲਿਆ ਕਰਕੇ ਦਾੜਾਂ ਅਗਰੇ ਪ੍ਰਥਮ ਧਰਾਇਣ। 52 ਅਵਤਾਰ ਨੇ ਸੂਰ ਅਵਤਾਰ ਧਾਰਿਆ, ਦਾੜਾਂ ਦੇ ਅੱਗੇ ਪ੍ਰਿਥਵੀ ਚੁੱਕ ਕੇ ਲਿਆਂਦੀ, ਆਪਣੀ ਜਗ੍ਹਾ 'ਤੇ ਸਥਾਪਨ ਕੀਤੀ। ਸੋ ਦੋਵੇਂ ਭਰਾ ਹੰਕਾਰ ਕਰਕੇ ਮਾਰੇ ਗਏ। ਮਰਿਓ ਸਵਾਸ ਬੀਰਜ ਜਿਸ ਲਹੇ। ਸਵਾਸ ਬੀਰਜ ਇੱਕ ਦੈਂਤ ਦਾ ਨਾਮ ਹੈ। ਉਸਨੇ ਵੀ ਹੰਕਾਰ ਕੀਤਾ, ਉਹ ਵੀ ਮਾਰਿਆ ਗਿਆ, ਜਿਹਦੇ ਸਵਾਸ ਤੋਂ ਅਨੇਕਾਂ ਦੈਂਤ ਪੈਦਾ ਹੋ ਜਾਂਦੇ ਸਨ। ਸਵਾਸ ਬੀਰਜ ਇੱਕ ਵੀ ਸਵਾਸ ਲੈਂਦਾ, ਇੱਕ ਸਵਾਸ ਦੇ ਨਾਲ ਇੱਕ ਦੈਂਤ ਪੈਦਾ ਹੁੰਦਾ ਸੀ। ਜਿੰਨੇ ਸਵਾਸ ਲੈਂਦਾ ਸੀ ਉਹਨੇ ਦੈਂਤ ਪੈਦਾ ਹੋ ਜਾਂਦੇ ਸਨ। ਉਹ ਸਵਾਸ ਬੀਰਜ ਵੀ ਦੈਂਤ ਹੰਕਾਰ ਕਰਕੇ ਮਾਰਿਆ ਗਿਆ। ਰਕਤ ਬੀਜ ਅਰ ਸੁੰਭ ਨਿਸੁੰਭ। रक्त बीज भी, जैसा कि माँ की रक्त पिता बिंद धारा, रक्त बिंद तो मनुख शरीर की रचना हुई है। इस दैंत का नाम ही सी रक्त बीज। लहू दियाँ जिन्ने बूंदा डिगदियाँ सन उन्ने दैत पैदा हो जाते सन। सो रक्त बीज भी हंकार करके मारिया गया। तो सुंभ निसुंभ नूं मारना कीता, ते फिर सुंभ निसुंभ दैत नूं भी मारना कीता। कुंभकान अर कुंभ निकुंभ। कुंभकान, कुंभकर्ण जो रावण का भरा सी, वो भी श्री रामचंद्र जी के हथों मारिया गया। ते फिर कुंभकान अर कुंभ, कुंभ दैत, कुंभ दैत भी मारिया गया। ते इस तरह सारे दैंत मारे गए। हरनाकस, हरनकश्यप, रावण, कुंभकर्ण, ये सारे हंकार करके मारे गए। केतक इस थल करह प्रकाश। फिर निकुंभ जड़ा है, निकुंभ एक 7 देश का राजा होया है। 7 देश का राजा, उसनूं कृष्ण भगवान ने मारिया सी निकुंभ नूं। ਜਾਂ ਨਿਕੁੰਭ ਜਿਹੜਾ ਸੀ ਕੁੰਭਕਰਨ ਦਾ ਪੁੱਤਰ ਸੀ, ਜਿਸ ਨੂੰ ਹਨੂਮਾਨ ਨੇ ਮਾਰਿਆ ਸੀ। ਉਹ ਨਿਕੁੰਭ ਤੇ ਨਿਕੁੰਭ, ਸੁੰਭ ਨਿਸੁੰਭ ਸਾਰੇ ਮਾਰੇ ਗਏ ਦੈਂਤ। ਕੇਤਕ ਇਸ ਥਲ ਕਰਹਿ ਪ੍ਰਕਾਸ਼ੇ। ਕਵੀ ਜੀ ਕਹਿੰਦੇ ਨੇ ਕਿੰਨੇ ਦੈਤਾਂ ਦਾ ਨਾਮ ਗਿਣੀਏ ਇਸ ਥਾਂ ਤੇ ਜੋ ਹੰਕਾਰ ਕਰਕੇ ਮਾਰੇ ਗਏ। ਮਹਾਬਲੀ ਹੰਕਾਰ ਬਿਨਾਸੇ। ਜੋ ਮਹਾਬਲੀ ਹੰਕਾਰ ਕਰਨ ਵਾਲੇ ਸਨ, ਮਹਾਬਲੀ ਆਪਣੇ ਆਪ ਨੂੰ ਬਹੁ ਬਲੀ ਸਮਝਦੇ ਸਨ, ਉਹ ਮਾਰੇ ਗਏ। ਕਹਾਂ ਬਾਪ ਰੋ ਪੈਂਦੇ ਖਾਨ। ਜਦੋਂ ਅੱਜ ਦੇ ਵੱਡੇ ਵੱਡੇ ਹਰਨਾਕਸ, ਹਰਨਕਸ਼ਪ, ਰਾਵਣ, ਕੁੰਭਕਰਨ ਜੈਸੇ ਸੁੰਭ ਨਿਸੁੰਭ और कुंभ निकुंभ जैसे मारे गए, ते पैंदे खां दी की बिसात है। करियो चाहत अपने हथ प्राण। पैंदे खां पठान अपने प्राण आप ही नाश करना चाहता है। भावी ने तैसे मन फेरा। भावी ने इस तरह मन नूं प्रेरिया पैंदे खां पठान दे। लै वस्तु वद गर्भ कनेरा। सतगुरां पासों वस्तुआं लेके बहुत हंकार करदा है। निज वड्याई अधिक विचारत। अपनी वड्याई बहुत विचारदा है। टेग निज ग्राम गयो हंकारत। हंकार करदा होया अपने पिंड दे नेड़े पुज्या। चढ़ियो आए
ਲਾਗੇ ਦਾਮਾਦ। ਅੱਗੋਂ ਇਹਦਾ ਦਮਾਦ ਅਸਮਾਨ ਖਾਂ ਘੋੜੇ ਤੇ ਚੜਿਆ ਹੁੰਦਾ ਸੀ। ਖਾਂ ਅਸਮਾਨ ਦੇਖ ਅਹਲਾਦ। ਅਸਮਾਨ ਖਾਨ ਨੇ ਪੈਂਦੇ ਖਾਂ ਪਠਾਨ ਦਾ ਦਮਾਦ ਦੇਖ ਕੇ ਬੜਾ ਪ੍ਰਸੰਨ ਹੋਇਆ। ਬੁਝਿਓ ਇਹੋ ਤੁਰੰਗ ਕਬ ਪਾਇਓ। ਆਪਣੇ ਸਹੁਰੇ ਪੈਂਦੇ ਖਾਂ ਨੂੰ ਪੁੱਛਦਾ ਇਹ ਘੋੜਾ ਕਿੱਥੋਂ ਪਾਇਆ, ਕਦੋਂ ਪਾਇਆ। ਪੋਸਸ ਨਹੀਂ ਪਹਿਰ ਕਿਤ ਆਇਓ। ਕਿਧਰੋਂ ਤੁਸੀਂ ਨਵੀਂ ਪੁਸ਼ਾਕ ਪਹਿਨ ਕੇ ਆਏ ਹੋ। ਪ੍ਰਿਯ ਦਮਾਦ ਕੋ ਸਕਲ ਸੁਨਾਈ। ਪੈਂਦੇ ਖਾਂ ਪਠਾਨ ਨੇ ਆਪਣੇ ਦਮਾਦ ਅਸਮਾਨ ਖਾਨ ਨੂੰ ਸਾਰੀ ਵਾਰਤਾ ਸੁਣਾਈ। ਇਹੋ ਸਭ ਵਸਤ ਗੁਰੂ ਤੇ ਪਾਈ। ਇਹ ਸਭ ਵਸਤੂਆਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਾਸੋਂ ਪਾਈਆਂ ਹਨ। ਦੂਰ ਦੇਸ ਤੇ ਇੱਕ ਸਿੱਖ ਲਿਆਇਓ। ਦੂਰ ਦੇਸ਼ ਤੋਂ ਇੱਕ ਸਿੱਖ ਇਹ ਸਭ ਅਜਾਇਬ ਵਸਤੂਆਂ ਲੈ ਕੇ ਆਇਆ ਸੀ। ਲੱਖੋ ਦਰਬ ਖਰਚ ਕਰ ਪਾਇਓ। ਲੱਖਾਂ ਰੁਪਏ ਧਨ ਖਰਚ ਕਰਕੇ ਇਹ ਸਭ ਅਮੋਲਕ ਦੁਰਲਭ ਵਸਤੂਆਂ ਲਿਆਂਦੀਆਂ ਸਨ। ਛੋਰਦਾਰ ਚੀਰਾ ਬਰ ਚੀਰ। ਔਰ ਸ੍ਰੇਸ਼ਟ ਬਸਤਰ ਦਾ ਛੋਰਦਾਰ ਚੀਰਾ ਬਸਤਰ ਪੁਸ਼ਾਕ ਜੜੀਦਾਰ। ਗੁਰ ਹਜੂਰ ਪਹਿਰਾਏ ਸਰੀਰ। ਗੁਰੂ ਸਾਹਿਬ ਦੇ ਹਜ਼ੂਰੀ ਵਿੱਚ ਗੁਰੂ ਸਾਹਿਬ ਨੇ ਕਹਿ ਕੇ ਉਹ ਪੁਸ਼ਾਕ ਪਹਿਰਾਈ। ਔਰ ਕਿਆ ਇਹ ਪੁਸ਼ਾਕ ਪਾ ਕੇ ਆਮੀ ਦਰਬਾਰ ਵਿੱਚ ਕਰ ਬਖਸ਼ਿਸ਼ ਕੋ ਹੁਕਮ ਪ੍ਰਕਾਸ਼ਾ। ਬਖਸ਼ਿਸ਼ ਕਰਕੇ ਹੁਕਮ ਫਰਮਾਇਆ ਸਤਿਗੁਰਾਂ ਨੇ। ਪਹਿਰੋ ਤਬਹ ਆਏ ਹਮ ਪਾਸਾ। ਔਰ ਸਾਡੇ ਪਾਸ ਜਦੋਂ ਵੀ ਆਉਣਾ ਇਸੇ ਘੋੜੇ ਤੇ ਅਸਵਾਰ ਹੋ ਕੇ ਤੇ ਇਹੀ ਪੁਸ਼ਾਕ ਪਾ ਕੇ ਖੰਡਾ ਸਜਾ ਕੇ ਆਉਣਾ। ਸੁਨ ਆਸਮਾਨ ਖਾਨ ਕਹਿ ਬੈਨ। ਆਪਣੇ ਸਹੁਰੇ ਕੋਲੋਂ ਸੁਣ ਕੇ ਦਮਾਦ ਅਸਮਾਨ ਖਾਨ ਕਹਿਣ ਲੱਗਿਆ ਇਹ ਸਭ ਤੁਮਰੇ ਲਾਇਕ ਹੈ ਨਾ। ਇਹ ਸਭ ਚੀਜ਼ਾਂ ਤੁਹਾਡੇ ਯੋਗ ਨਹੀਂ ਹਨ। ਤੁਮ ਹੋ ਬੜੇ ਛੋਟ ਮੋਹ ਜਾਨੋ। ਤੁਸੀਂ ਵੱਡੇ ਹੋ, ਸਾਨੂੰ ਛੋਟਾ ਜਾਣਨਾ ਕਰੋ। ਦੇਹੋ ਤੁਰੰਗ ਮੈਂ ਫੇਰਨ ਠਾਨ ਹੋ। ਔਰ ਘੋੜਾ ਮੈਨੂੰ ਦਿਓ, ਮੈਂ ਇਸ ਨੂੰ ਫੇਰ ਕੇ ਦੇਖਦਾ ਹਾਂ। ਪੋਸਸ ਦੀ ਜਹ ਹੋਤ ਸਕਾਰੇ। ਸਵੇਰੇ ਪੁਸ਼ਾਕ ਵੀ ਦੇ ਦੇਣੀ। ਉਚਿਤ ਬਾਤ ਕੋ ਲੇਹੋ ਵਿਚਾਰੇ। ਯੋਗ ਗੱਲ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਦੇਖੋ ਮਨ ਵਿੱਚ। ਪੈਂਦੇ ਕਹਿਓ ਨਾ ਇਮ ਬਨ ਆਵੈ। ਪੈਂਦੇ ਖਾਂ ਪਠਾਨ ਕਹਿਣ ਲੱਗਿਆ ਇਸ ਤਰ੍ਹਾਂ ਬਣ ਨਹੀਂ ਆਉਂਦਾ, ਇਹ ਗੱਲ ਇਸ ਤਰ੍ਹਾਂ ਨਹੀਂ ਬਣ ਸਕਦੀ। ਜਬ ਜਾਨਹਿ ਗੁਰ ਅਧਿਕ ਰਿਸਾਵੈ। ਜਦੋਂ ਗੁਰੂ ਸਾਹਿਬ ਜੀ ਨੂੰ ਪਤਾ ਲੱਗਿਆਗਾ ਬਹੁਤ ਉਹ ਕ੍ਰੋਧਵਾਨ ਹੋਣਗੇ। ਬਾਲ ਪਨੇ ਕੀ ਬਾਤ ਨ ਕੀਜੈ। ਬੱਚਿਆਂ ਵਾਲੀ ਗੱਲ ਨਾ ਕਰ। ਘਰ ਕੀ ਵਸਤ ਅਪਰ ਪਿਖ ਲੀਜੈ। ਘਰ ਦੀਆਂ ਹੋਰ ਚੀਜ਼ਾਂ ਤੂੰ ਲੈ ਲੈ, ਪਰ ਇਹ ਸਭ ਚੀਜ਼ਾਂ ਮੈਥੋਂ ਨਾ ਮੰਗ। ਇਮ ਦਮਾਦ ਸੋ ਕਹਿ ਰਿਸ ਸੰਗਾ। ਔਰ ਬੜੇ ਰੋਸ ਦੇ ਨਾਲ, ਗੁੱਸੇ ਦੇ ਨਾਲ ਆਪਣੇ ਦਮਾਦ ਅਸਮਾਨ ਖਾਨ ਦੇ ਤਾਈ ਪੈਂਦੇ ਖਾਂ ਪਠਾਨ ਨੇ ਕਿਹਾ ਗਮਨਿਓ ਅਗਰ ਕੁਦਾਏ ਤੁਰੰਗਾ। ਔਰ ਦਮਾਦ ਦੇ ਅੱਗੋਂ ਘੋੜਾ ਫੰਦਾ ਕਰਕੇ ਅੱਗੇ ਚਲਾ ਗਿਆ। ਫਿਰਿਓ ਗ੍ਰਾਮ ਕੇ ਗਿਰਦ ਦਿਖਾਵਤ। ਚੌਗਿਰਦੇ ਪਿੰਡ ਦੇ ਚਾਰ ਚੁਫੇਰੇ ਘੋੜੇ ਨੂੰ ਦੌੜਾਉਂਦਾ ਦਿਖਾਉਂਦਾ ਲੋਕਾਂ ਨੂੰ। ਸਭ ਗਰੀਅਨ ਕੇ ਵਿਖੈ ਫੰਦਾਵਤ। ਸਾਰੇ ਗਲੀਆਂ ਵਿੱਚ ਘੋੜੇ ਨੂੰ ਫੰਦਾਉਂਦਾ ਹੈ। ਨਿਜ ਉਤਮਤਾ ਕਰਹਿ ਜਨਾਵਨ। ਆਪਣੀ ਉਤਮਤਾ ਸ੍ਰੇਸ਼ਟਤਾਈ ਦਿਖਾਉਂਦਾ ਹੈ ਪਿੰਡ ਦੇ ਲੋਕਾਂ ਨੂੰ। ਸਭ ਖਾਨਨ ਕੋ ਫੇਰ ਦਿਖਾਵਨ। ਸਾਰੇ ਖਾਨਾ ਪਠਾਨਾਂ ਨੂੰ ਆਪਣੀ ਸਾਨੋ ਸੌਕਤ ਦਿਖਾ ਰਿਹਾ ਹੈ। ਜੋ ਮਿਲ ਜਾਏ ਬਾਤ ਤਿਸ ਕਹੈ। ਜਿਹੜਾ ਵੀ ਕੋਈ ਮਿਲ ਜਾਵੇ ਸਾਰੀ ਗੱਲ ਉਸ ਨੂੰ ਸੁਣਾਉਂਦਾ ਹੈ। ਨਿਜ ਬਲ ਗੁਣ ਤੇ ਇਮ ਹਮ ਲਹੈ। ਆਪਣੇ ਬਲ ਬੁੱਧੀ ਬਲ ਪਰਾਕਰਮ ਕਰਕੇ ਸਭ ਚੀਜ਼ਾਂ ਮੈਂ ਲਈਆਂ ਹਨ। ਦੋਹਰਾ असम खाचित लटपटी वस्त ससुर की देख। आसमान खान दे चित विच चटपट लटपटी पैदा हो गई। बड़ी लालच मन च लोभ समा गया अपने सहुरे दीयां वस्तुआं देख के। ले हो कह
कह निज सास को कह गृह तजो असेख। और दामाद आसमान खान कहन लग्या मैं अपनी सस कोले जा करके रो रो के कहांगा सब वस्तुआं अपने सौरे कोलों ले लवांगा। सवैया छंद बनो फकीर निकस कर बाहर। मन भी सोचता है कि सस नूं जाके इउं डरावांगा कि मैं हुण फकीर बन जाना, घरों निकल के मैं बाहर जंगल च फकीर बन के चलिया जाना है। मिलो न तिन की तनुजा संग। मैं उसदी पुत्री दे नाल कदे मिलांगा नहीं। मोहे उचित है सुंदर पोसस। मैनू सुंदर पोशाक चाहिदी है चीरा छोरदार सज संग। और छोरदार चीरा वस्त्र जो बहुत शोभा वाला है। खान महान आर बल होए। और खान पंदे सौरे दी ता उम्र हुण काफी हो गई है। तऊ बागपन हृदय उमंग। फिर भी बांकापन है दा उमंग है हृदय विच। मोज सम सुत को देत न हित कर। मैनू अपने पुत्रां वांग कहंदा तां है पर पुत्र नू कोई चीज दिंदा नहीं है। अन लायक न सहो प्रसंग। और ये अजोग गल कर रहा है। जे मैनू पुत्र समझदा है ते पुत्रां वांग ही वरतना चाहिदा है। मैं वो घोड़ा मंगया, घोड़ा नहीं दिता, पोशाक नहीं दिती। एव विचारत गमन्यो गृह को। इयों विचारदा होया घर नू गया आसमान खान। बैठ सास टिक दृग जल नीर। अखां च हंझू भर के अपनी सस कोले जा बैठा। मुरझानो मुख पिक कर बोली। मुरझाया चेहरा देख करके आसमान खान दी सस पैंदे खां पठान दी पत्नी बोली किम तू दुख ते दिखत अधीर। किवें तू अधीर होया बैठा मुरझाया होया, की गल है, की दुख है तैनू? सुन कर कहो कीन अपमाना। सुन करके आसमान खान कहन लग्या कि मेरे सौरा साहब ने मेरा अपमान किया है। हो जा चे दे खान न चीर। मेरे मंगे तो चीर वस्त्र नहीं दे, पोशाक नहीं देती। गुरु निकट ते लियायो है को। गुरु साहब जी पासों घोड़ा लेके आए हन। मोहे आरूढ़ बे दियो न वीर। और मैनू वीर बांका नौजवान जान के भी घोड़ा नहीं दिता। तैं दिवाए तो कुशल अह मम। सस नू आखदा आसमान खान जे मैनू ये सब चीज़ां दवा दिओ तां सुख शांति रहेगी। नाहे तमर हो देर न लाए। मैं नहीं तो मैं मर जावांगा, बिना देरी तो देरी नहीं लावांगा, मैं मर जावांगा। हम पठान के पूत सह नह। असी पूत पठाना दे पुत्र हाँ, असी अपमान सहार नहीं सकते। जे प्रतिकूली बात बनाए। और ये जो प्रतिकूली गल बना रहा है, साडे अनुकूल गल नहीं कर रहा। सोत सम मोह कहो प्यार करो नित। और पुत्र वांग नित प्यार कर दे हो। याते छल को जानियो जाए। ਜਾਂਦੇ ਸੌਰੇ ਦਾ ਛਲ ਜਾਣਿਆ ਗਿਆ। सिर्फ प्यार करदा, कहंदा तू मेरा पुत्र है, तू दमाद नहीं पुत्र है, सिर्फ कहंदा ही है पर पुत्रां जैसा व्यवहार नहीं करदा। कोशिश तो रंग दे हो तब जीवन। पोशाक ते घोड़ा मैनू दवा दिओ तां मेरा जिउणा होवेगा। एहो साची मैं देहो सुनाए। ये सच्ची गल मैं तुहानू सुना रहा हाँ। सुनत सास ने दीन दिलासा। सस ने सुन के दिलासा दिता। हे सुत श्वास न लेहो विशाल। हे पुत्र तू लंबे होके ना भर, दीर्घ श्वास ना ले। हमारी वस्तु सकल को मालिक। साडी सब वस्तुआं दा मालिक तू ही है। तो हित कर संचत धन माल। तेरे वास्ते तो असी धन माल इकट्ठा कर रहे हैं। खान है आए खान ले दे हो। खान पठान जदों पैंदे खां आवेगा, तेरा सौरा आवेगा ते मैं ले देवांगी। कहाँ वस्त्र अर तुरंग कमाल। और कमाल दा घोड़ा ते के वस्त्र पोशाक की चीज है। इम कह नेत्र पहुँच दे तीरज। यूं कह के
ਅੱਖਾਂ ਨੂੰ ਪੁੰਝਿਆ, ਉਸ ਦੀ ਸੱਸ ਨੇ ਦਿਲਾਸਾ ਦਿੱਤਾ। ਕਰਤੀ ਪਿਆਰ ਪ੍ਰੀਤ ਕੇ ਨਾਲ, ਬੜੀ ਪ੍ਰੀਤੀ ਦੇ ਨਾਲ ਬਹੁਤ ਪਿਆਰ ਕਰਦੀ ਹੈ। ਇਤਨੇ ਮੈਂ ਪੈਂਦਾ ਗ੍ਰਹਿ ਆਇਓ, ਇਤਨੇ ਵਿੱਚ ਪੈਂਦੇ ਖਾਨ ਪਠਾਨ ਘਰ ਆ ਗਿਆ। ਹਰ ਖਤ ਬਦਨ ਕਮਲ ਸਮਕੀਨ, ਔਰ ਪ੍ਰਸੰਨ ਚਿੱਤ ਹੋ ਕਰਕੇ ਔਰ ਜਦੋਂ ਘਰ ਆਇਆ, ਬੈਠਿਓ ਪਲੰਗ ਧਰਿਓ ਖਰ ਖੰਡਾ, ਔਰ ਖੰਡਾ ਲਾ ਕਰਕੇ ਪਲੰਗ ਦੇ ਉੱਪਰ ਰੱਖ ਕੇ ਬੈਠਾ। ਸਿਪਰ ਸਹਿਤ ਬਪ ਗਰਮੀ ਚੀਨ, ਔਰ ਢਾਲ ਤੇ ਖੰਡਾ ਲਾ ਕੇ ਰੱਖਿਆ। ਗਰਮੀ ਬਹੁਤ ਸੀ, ਇਸ ਕਰਕੇ ਸਭ ਚੀਜ਼ਾਂ ਉਤਾਰ ਦਿੱਤੀਆਂ, ਵਸਤਰ ਵੀ ਉਤਾਰ ਦਿੱਤੇ। ਵਸਤਰ ਉਤਾਰ ਧਰੇ ਸਭ ਤਤ ਛਿਨ, ਤਦ ਛਿਨ ਹੀ ਵਸਤਰ ਲਾ ਕੇ ਪਲੰਗ ਤੇ ਰੱਖ ਦਿੱਤਾ। ਤਾਰਾ ਅਗਰ ਬਨਹਿ ਨਿਤ ਦੀਨ, ਦਾਰਾ ਇਸਤਰੀ ਦੇ ਅੱਗੇ ਹਮੇਸ਼ਾ ਦੀਨਹੀਨ ਬਣਿਆ ਰਹਿੰਦਾ ਹੈ। ਭਾਵੇਂ ਬਹੁਤ ਵੱਡਾ ਬਲੀ ਸੂਰਮਾ ਹੈ, ਪਰ ਇਸਤਰੀ ਦੇ ਅੱਗੇ ਝੁਕਿਆ ਰਹਿੰਦਾ ਹੈ, ਹਮੇਸ਼ਾ ਦੀਨਹੀਨ ਬਣ ਕੇ ਰਹਿੰਦਾ ਹੈ। ਪ੍ਰਬਲ ਆਏ ਤਬ ਕੰਤ ਸਮੀਪੇ, ਔਰ ਉਸ ਦੀ ਪਤਨੀ ਪੈਂਦੇ ਖਾਂ ਪਠਾਨ ਕੋਲੇ ਆਈ। ਪੋਸਿਸ ਪਿਖਤ ਆਨੰਦ ਕੋ ਲੀਨ, ਔਰ ਚੰਗੀ ਕੀਮਤੀ ਪੁਸ਼ਾਕ ਦੇਖ ਕੇ ਬਹੁਤ ਪ੍ਰਸੰਨ ਹੋਈ। ਕਹਤ ਭਾਈ ਇਹ ਗੁਰ ਕੀ ਬਖਸ਼ਿਸ਼, ਔਰ ਪੈਂਦੇ ਖਾਂ ਪਠਾਨ ਨੂੰ ਕਹਿੰਦੀ ਹੈ ਕਿ ਇਹ ਗੁਰਾਂ ਦੀ ਬਖਸ਼ਿਸ਼ ਪ੍ਰਾਪਤ ਹੋਈ ਹੈ। ਜਾਚਤ ਚਾਹਤ ਖਾਨ ਅਸਮਾਨ, ਤੁਹਾਨੂੰ ਗੁਰਾਂ ਪਾਸੋਂ ਜੋ ਬਖਸ਼ਿਸ਼ ਹੋਈ ਹੈ, ਅਸਮਾਨ ਖਾਨ ਦਮਾਦ ਆਪਣਾ ਮੰਗਦਾ, ਤੁਸੀਂ ਕਿਉਂ ਨਹੀਂ ਦਿੰਦੇ? ਰੁਦਤ ਕ੍ਰੋਧ ਤੇ ਹਠ ਬਹੁ ਧਾਰਸ, ਔਰ ਬੜੇ ਕ੍ਰੋਧ ਅਤੇ ਹੱਠ ਧਾਰ ਕਰਕੇ ਰੁਦਨ ਕਰ ਰਿਹਾ ਸੀ ਮੇਰੇ ਕੋਲੇ ਆ ਕੇ। ਕਹੈ ਕਿ ਖਾਨ ਕੀਨ ਅਪਮਾਨ, ਕਹਿੰਦਾ ਖਾਨ ਜੀ ਨੇ ਮੇਰਾ ਅਪਮਾਨ ਕੀਤਾ ਹੈ। ਤੁਝ ਕੋ ਉਚਿਤ ਨਹੀਂ ਇਮ ਕਰਬੋ, ਤੁਹਾਨੂੰ ਇਹ ਗੱਲ ਕਰਨੀ ਯੋਗ ਨਹੀਂ ਸੀ। ਅਨਖਵਾਨ ਹੈ ਪੂਤ ਪਠਾਨ, ਪਠਾਣਾ ਦਾ ਪੁੱਤਰ ਅਣਖਵਾਨ ਹੈ, ਅਣਖ ਵਾਲਾ ਹੈ। ਸੁਤਾ ਛੋਰ ਕਰ ਗਮਨ ਜਾਏ ਕਿਤ, ਆਪਣੀ ਪੁੱਤਰੀ ਨੂੰ ਛੱਡ ਕੇ ਕਿਧਰੇ ਚਲਾ ਗਿਆ। ਤਉ ਮੁਸਕਲ ਤਵ ਬਨੈ ਮਹਾਨ, ਤਦੋਂ ਬਹੁਤ ਮਹਾਨ ਬੜੀ ਮੁਸ਼ਕਿਲ ਆ ਬਣੇਗੀ। ਗੁਰ ਬਖਸ਼ਿਸ਼ ਸਦੇ ਮੁਝ ਸੋ ਭਾਖਿਓ, ਔਰ ਗੁਰਾਂ ਦੀ ਬਖਸ਼ਿਸ਼ ਮੈਨੂੰ ਦਿਓ। ਤੁਹਾਨੂੰ ਅਸਮਾਨ ਖਾਨ ਨੇ ਕਿਹਾ ਸੀ ਪਰ ਤੁਸੀਂ ਨਹੀਂ ਦਿੱਤਾ। ਪੋਸਿਸ ਇਹ ਪਹਿਰ ਨਿਤ ਆਏ, ਪੈਂਦੇ ਖਾਂ ਪਠਾਨ ਕਹਿੰਦਾ ਹੈ ਗੁਰਾਂ ਦੀ ਬਖਸ਼ਿਸ਼ ਪ੍ਰਾਪਤ ਹੋਈ ਹੈ, ਔਰ ਮੇਰੇ ਤਾਈਂ ਗੁਰਾਂ ਨੇ ਕਿਹਾ ਇਹੀ ਪੁਸ਼ਾਕ ਪਹਿਨ ਕੇ ਦਰਬਾਰ ਵਿੱਚ ਨਿਤ ਆਉਣਾ ਹੈ। ਪਰ ਚੜੋ ਅਖੇਰ ਕਰੋ ਜਬ, ਔਰ ਘੋੜੇ ਤੇ ਅਸਵਾਰ ਹੋ ਕੇ ਜਾਣਾ ਜਦੋਂ ਅਖੇਰ ਸ਼ਿਕਾਰ ਕਰਨਾ ਹੋਵੇ। ਜਾਂ ਤੇ ਅਬ ਨਾ ਦਿਓ ਕੁਛ ਜਾਏ, ਜਾਂ ਤੇ ਗੁਰਾਂ ਦੀ ਬਖਸ਼ਿਸ਼ ਮੈਥੋਂ ਦਿੱਤੀ ਨਹੀਂ ਜਾਣੀ। ਕੇਤਕ ਦਿਨ ਮਹਿ ਕਰ ਪ੍ਰਸੰਨ ਗੁਰ, ਔਰ ਕਿਤਨੇ ਦਿਨਾਂ ਵਿੱਚ ਗੁਰਾਂ ਨੂੰ ਪ੍ਰਸੰਨ ਕਰਕੇ ਆਇਸ ਲੈ ਸਭ ਦੇਹੋਂ ਬਣਾਏ। ਆਗਿਆ ਲੈ ਕੇ ਸਭ ਚੀਜ਼ਾਂ ਮੈਂ ਦਮਾਦ ਨੂੰ ਦੇ ਦਿਆਂਗਾ, ਪਰ ਅਜੇ ਨਹੀਂ ਦੇ ਸਕਦਾ। ਬਾਲਕ ਮੂਡ ਨ ਜਾਣਹਿ ਬੁੱਧ ਕੋ, ਇਹ ਮੂੜ ਬਾਲਕ ਬਾਲ ਹੱਡ ਧਾਰ ਕੇ ਬੈਠਾ ਹੈ, ਇਹ ਗੱਲ ਜਾਣਦਾ ਹੀ ਨਹੀਂ ਕਿ ਗੱਲ ਵਿਗੜ ਸਕਦੀ ਹੈ। ਇੱਕ ਹੱਠ ਕੋ ਮਨ ਮਹਿ ਉਪਜਾਏ, ਇਹ ਬਾਲ ਹੱਡ ਧਾਰ ਕਰਕੇ ਜਿੱਦ ਕਰ ਰਿਹਾ ਹੈ। ਜਿਸ ਗੁਰ ਤੇ ਨਿਤ ਵਸਤ ਅਮੋਲਕ, ਜਿਸ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਾਸੋਂ ਨਿਤ ਅਮੋਲਕ ਵਸਤੂਆਂ ਮੈਂ ਪਾਉਂਦਾ ਹਾਂ। ਕਿਮ ਤਿਨ ਕੋ ਕਹਿ ਬੋ ਨਹਿ ਮਾਨ, ਕਿਵੇਂ ਉਹਨਾਂ ਦਾ ਕਿਹਾ ਮੈਂ ਨਾ ਮੰਨਾ। ਕਹੇ ਭਾਰ ਜਾ ਕਿਆ ਮੁਖ ਪਾਖਤ, ਉਹ ਇਸਤਰੀ ਪੈਂਦੇ ਖਾਂ ਪਠਾਨ ਦੀ ਕਹਿਣ ਲੱਗੀ ਤੂੰ ਇਹ ਗੱਲ ਕੀ ਕਹਿ ਰਿਹਾ ਹੈ? ਨਹਿ ਦਮਾਦ ਕੀ ਕਰੈ ਪਛਾਨ, ਤੂੰ ਆਪਣੇ ਦਮਾਦ ਦੀ ਪਛਾਣ श्रेष्ठताई जानदा नहीं है। बन फकीर जाए मर कहंदो, जहाँ वो फकीर बन गया जहाँ किते मर मुर गया, शोभा बड़ पाए जहान। फिर तू बड़ी शोभा पा लवी जहान विच जगत विच बिरादरी विच। जे फकीर बन गया तेरी पुत्री नू छड़ के फकीर बन के चला गया या मर गया, सुता तरुण पिख होए मरन तब। और अपनी पुत्री वल देख
जे आसमान खां दमाद मर गया कहाँ रहेगी तो कुल कान। तां तेरी कुल दी इज्जत किथे रहेगी। एम कह झिरक्यो खान करो बुध। और इस तरह वो स्त्री आखण लगी, झिड़कण लगी, कहंदे कुछ अकल कर, सियाणा बन। वस्त्र सिराने लिए उचाए। सिराने जो पोशाक धरी सी ला करके पैंदे खां पठान ने चुक लई स्त्री ने। नित गुर टिकते बख्शिश पावत। और कहन लगी नित ही हमेशा ही गुरां तो बख्शिशां पाउंदे रहंदे हो तुसी। कहाँ इस बिन जियो न जाए। और इस तो बिना जीविया नहीं जांदा। ये प्राणा नालों भी प्यारा तैनू लगदा है, दमाद नू दे नहीं सकदा, इउं झड़कां पाउंदी है। पावत हाथ कहाँ तू करती। और पैंदे खां पठान ने देखा कि पोशाक चुक लई है स्त्री ने, तो क्या ये तुम की कर रही है, क्यों हाथ पाया पोशाक नू। रोजी खान बिगारत काए। क्यों मेरी रोजी और पेट ते लत मारन ते तुली हुई है, मेरी रोजी क्यों बिगाड़ना चाहती हैं। करते तजै न पैंदा पोसस। वो पोशाक जो गुरां ने बख्शिश कीती है अपने हथों छड़दा नहीं है पैंदे खां। छीनत दारा मुख मुस्काए। और मुखों मुस्कुराउंदी हुई जबरन खोना चाहती है स्त्री। झटक हाथ पट चटपट छीने। और झटका दे करके पैंदे खां पठान कोलों पोशाक खो लई स्त्री ने। स्त्री जितते कहयो न जाए। स्त्री जित ते ਉਹਦੇ ਪਾਸੋਂ ਕੁਝ ਕਿਹਾ ਨਹੀਂ ਗਿਆ। ਇਸਤਰੀ ਜਿੱਤ ਜੋ ਇਸਤਰੀ ਦੇ ਅਧੀਨ ਰਹੇ, ਜੋ ਇਸਤਰੀ ਦੇ ਅਧੀਨ ਰਹਿੰਦਾ ਹੈ, ਗੁਲਾਮ ਬਣ ਕੇ ਰਹਿੰਦਾ ਹੈ, ਉਹ ਇਸਤਰੀ ਜਿੱਤ ਉਸ ਨੂੰ ਕਿਹਾ ਹੈ। ਇਸ ਕਰਕੇ ਉਹਦੇ ਪਾਸੋਂ ਕੁਝ ਕਿਹਾ ਨਹੀਂ ਗਿਆ। ਜੇ ਨਹ ਕਟੈ ਸੁਪਾਟ ਕੇ ਠੱਟ ਤੇ। ਜਿਹੜਾ ਬਲੀ ਸੂਰਮਾ ਪੈਂਦੇ ਖਾਂ ਹਜ਼ਾਰਾਂ ਲੱਖਾਂ ਸੂਰਮਿਆਂ ਦੇ ਵਿੱਚ ਕੱਢ ਕੇ ਮਰਨਾ ਮਨਜ਼ੂਰ ਹੈ, ਪਰ ਪੈਰ ਪਿਛਾਂ ਨਹੀਂ ਸੀ ਪੁੱਟ ਸਕਦਾ। ਉਹ ਇਸਤਰੀ ਦੇ ਅੱਗੇ ਦੀਨਹੀਨ ਬਣਿਆ ਹੋਇਆ, ਬੇਬਸ ਲਾਚਾਰ ਬਣਿਆ ਹੋਇਆ ਹੈ। ਲੋਹਾ ਸਹਿ ਨਹੀਂ ਤਜ ਥਾਏ। ਔਰ ਲੋਹਾ ਸ਼ਸਤਰ ਸਹਾਰ ਸਕਦਾ ਹੈ, ਪਰ ਥਾਂ ਨਹੀਂ ਛੱਡਦਾ, ਪੈਰ ਨਹੀਂ ਪੁੱਟਦਾ, ਪਿੱਠ ਨਹੀਂ ਦਿੰਦਾ। ऐसा बली सूरमा पैंदे खां पठान है। से नर अबला मृदल जीत कर। ऐसे बली सूरमे जड़े हैं से नर अबला मृदल जीत कर। अबला स्त्री तो स्त्री नू अबला कहा है, निर्बल कहा है, कमजोर कहा है। ते वो मनुख जड़ा है वो अबला स्त्री मृदुल कोमल बचन कह के और वसीकार कर लेंदी है। मिठे बचन बोल करके इस तरह रिझा लेंदी है, बस विच कर लेंदी है। बसी बनाए लेत सत भाए। और सद निश्चय करके चंगी तरह बसीकार कर लेंदी है। नीच गरीब गुर दिसते चिंतत। और सिर नीवा करके पैंदे खां पठान गुरु साहब वालों बड़ा चिंतित है। मिलो जब है क्या कहो तदाए। जदों गुरु साहब जी नू मिलांगा पुछणगे पोशाक पा के नहीं आया, फिर मैं की जवाब देंगा। बैठे हो रहे हो भी सूरत मूरख। और मूरख बैठा झुरदा रहा। किस प्रकार न बन्यो उपाय। और किसी प्रकार भी कोई उपाय ना बन सकिया। आसमान सासते लेकर। और आसमान खान दमाद अपनी सस कोलों पोशाक ले करके फेरत रहे और हर खाए। चंगी तरह उलट पुलट के जड़ीदार पोशाक देखदा रहा, मन विच खुश हुंदा रहा। नहन बिलो के वस्त्र कबहो अस। यह जे कीमती वस्त्र कदे आसमान खान ने देखे भी नहीं सन। कहाँ पहरबे मैं तिस आए। ते पहनना तो दूर दी गल, ऐसी पोशाक कदे देखी भी नहीं सी। चीरा छोरदार सिर बंदियो। और छोरदार पिछे नू लमका के
पग बन्नी। पोसस पहरी अंग सजाए। ਉਹ ਕੀਮਤੀ ਪੁਸ਼ਾਕ ਜੋ ਗੁਰੂ ਸਾਹਿਬ ਨੇ ਪੈਂਦੇ ਖਾਂ ਪਠਾਨ ਨੂੰ ਦਿੱਤੀ ਸੀ, ਅਸਮਾਨ ਖਾਨ ਨੇ ਉਹ ਪਹਿਨ ਲਈ। खड़ग से पर को तन लगाए कर। ਢਾਲ ਤਲਵਾਰ ਆਪਣੇ ਅੰਗਾਂ ਤੇ ਸਜਾ ਕਰਕੇ वहर फिरो सब ग्राम दिखाए। ਪੁਸ਼ਾਕ ਪਾ ਕਰਕੇ ਤੇ ਸਾਰੇ ਪਿੰਡ ਨੂੰ ਦਿਖਾਉਂਦਾ ਫਿਰਦਾ ਹੈ। पैंदा बहुत बिसूरत बिस्मयो। ਪੈਂਦੇ ਖਾਨ ਪਠਾਨ ਬਹੁਤ ਝੁਰਦਾ ਹੋਇਆ ਹੈਰਾਨ ਹੋ ਰਿਹਾ ਹੈ। पियो न पानी भोजन खाए। ਔਰ ਨਾ ਉਸਨੇ ਪਾਣੀ ਪੀਤਾ ਨਾ ਭੋਜਨ ਖਾਦਾ। परयो निशा में चिंता के बस। ਸਾਰੀ ਰਾਤ ਚਿੰਤਾ ਵਿੱਚ ਗਲਤਾਨ, ਨੀਂਦ ਵੀ ਨਹੀਂ ਆਈ। ਭੁੱਖਾ ਤਿਹਾਇਆ ਨੀਂਦ ਕਿਵੇਂ ਆਵੇ? ਸਾਰੀ ਰਾਤ ਜਾਗਦਾ ਰਿਹਾ, ਸੋਚਦਾ ਰਿਹਾ। नहीं बिलोचन निंद्रा पाए। ਔਰ ਅੱਖਾਂ ਵਿੱਚੋਂ ਨੀਂਦ ਵੀ ਉੱਡ ਗਈ। जागत ही प्रभात होए आई। ਜਦੋਂ ਜਾਗਿਆ ਸਵੇਰ ਹੋ ਆਈ। रोगा तुर सम पौड रहाए। ਔਰ ਜਦੋਂ ਪ੍ਰਭਾਤ ਹੋ ਆਈ ਤੇ ਰੋਗਾਤੁਰ, ਮਾਨੋ ਕਈ ਦਿਨਾਂ ਦਾ ਰੋਗੀ ਹੋਵੇ, ਬਿਮਾਰ ਹੋਵੇ, ਇਸ ਤਰ੍ਹਾਂ ਪਲੰਗ ਤੇ ਪਿਆ ਰਿਹਾ, ਸੁੱਤਾ ਰਿਹਾ। प्रात जान आसमान खान तब। ਪ੍ਰਾਤः ਕਾਲ ਹੁੰਦਿਆਂ ਦੇਖਿਆ ਸਵੇਰ ਦਿਨ ਚੜ ਗਿਆ ਹੈ। ਅਸਮਾਨ ਖਾਨ ਜੋ ਪੈਂਦੇ ਖਾਂ ਪਠਾਨ ਦਾ ਦਮਾਦ ਹੈ, कर स्नान पोस पहरंत। ਇਸ਼ਨਾਨ ਕਰਕੇ ਉਹ ਚੰਗੀ ਕੀਮਤੀ ਪੁਸ਼ਾਕ ਪਹਿਰੀ। चीरा छोरदार सिर सज कर। ਔਰ ਸਿਰ ਤੇ ਚੰਗੀ ਛੋਰਦਾਰ ਪੱਗ ਸਜਾਈ। जरीदार पाछे लरकंत। ਜਰੀਦਾਰ ਜੋ ਛੋਰ ਪਿੱਛੇ ਨੂੰ ਲਟਕਾ ਲਿਆ। खंडा सिपर लगाए अंग सो। ਢਾਲ ਤੇ ਖੰਡਾ ਦੁਧਾਰਾ ਅੰਗਾਂ ਦੇ ਨਾਲ ਸਜਾ ਲਿਆ ਅਸਮਾਨ ਖਾਨ ਨੇ। देख शोभा तन मन हर खंत। ਔਰ ਆਪਣੀ ਠਾਠ ਬਾੜ ਦੇਖ ਕੇ ਮਨ ਹੀ ਮਨ ਪ੍ਰਸੰਨ ਹੋ ਰਿਹਾ ਹੈ। पैंद खान के बिना बूझबे। ਔਰ ਪੈਂਦੇ ਖਾਂ ਪਠਾਨ ਤੋਂ ਬਿਨਾਂ ਪੁੱਛਿਆ ਹੀ है पर जीन पाए दुतवंत। ਘੋੜੇ ਤੇ ਜੀਨ ਕਾਠੀ ਪਾ ਕਰਕੇ ਜੋ ਬੜੀ ਸ਼ੋਭਾ ਵਾਲਾ ਘੋੜਾ ਹੈ। कर चित चौप आरोह भयो है। ਚਿੱਤ ਵਿੱਚ ਬੜਾ ਉਤਸ਼ਾਹ ਧਾਰ ਕਰਕੇ ਘੋੜੇ ਤੇ ਸਵਾਰ ਹੋ ਗਿਆ। वहर अखेर करन को चाल। ਔਰ ਘੋੜੇ ਤੇ ਅਸਵਾਰ ਹੋ ਕੇ ਬਾਹਰ ਉਜਾੜਾਂ ਵਿੱਚ ਸ਼ਿਕਾਰ ਕਰਨ ਚਲਿਆ ਗਿਆ। मुदत फंदावत कबह भजावत। ਕਦੇ ਕੁਦਾਉਂਦਾ ਹੈ ਘੋੜੇ ਨੂੰ, ਕਦੇ ਤੇਜ਼ ਦੌੜਾਉਂਦਾ ਭਜਾਉਂਦਾ ਹੈ। जिसमें गुण चपलाद विशाल। ਜਿਸ ਵਿੱਚ ਬਹੁਤ ਚੰਚਲਤਾਈ ਹੈ, ਜਿਸ ਘੋੜੇ ਵਿੱਚ ਬਲੀ ਹੈ, ਚੰਚਲ ਹੈ, ਬਹੁਤ ਤੇਜ਼ ਗਤੀ ਦੇ ਨਾਲ ਚੱਲਣ ਵਾਲਾ ਘੋੜਾ ਹੈ। बन मह गयो फिरो इद उत को। ਜੰਗਲ ਵਿੱਚ ਗਿਆ, ਇੱਧਰ ਉੱਧਰ ਫਿਰਨ ਲੱਗਿਆ। खोजत मृगन बेहंगन जाल। ਪੰਛੀਆਂ ਨੂੰ ਤਾਂ ਹਰਨਾਂ ਨੂੰ, ਜਾਨਵਰਾਂ ਨੂੰ ਲੱਭਦਾ ਫਿਰਦਾ ਹੈ ਸ਼ਿਕਾਰ ਵਾਸਤੇ। बहु फिर कर एक ग्राम बाग टिग। ਔਰ ਪਿੰਡ ਦੇ ਨੇੜੇ ਹੀ ਇੱਕ ਬਾਗ ਸੀ, ਉਸ ਬਾਗ ਵਿੱਚ ਚਲਿਆ ਗਿਆ। जिसमें बैठे हो आए सुखाल। ਔਰ ਉਸ ਸਮੇਂ ਉਹ ਅਸਮਾਨ ਖਾਂ ਉਸ ਬਾਗ ਵਿੱਚ ਜਾ ਬੈਠਾ। ਸੋ ਸਾਧ ਸੰਗਤ ਜੀ, ਇੱਕ ਜ਼ਰੂਰੀ ਬੇਨਤੀ। ਅੱਜ ਵਿਦਿਆ ਮਾਰਤੰਡ ਜਤੀ ਬਰਿੰਦ ਮਹਾਨ ਤਿਆਗੀ ਪਰਉਪਕਾਰੀ ਪੂਰਨ ਬ੍ਰਹਮ ਗਿਆਨੀ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਅਜੀਤ ਸਿੰਘ ਸਾਹਿਬ ਜੀ ਦੀ 9ਵੀਂ ਬਰਸੀ ਮਨਾਈ ਗਈ। ਤਖਤ ਸਾਹਿਬ ਜੀ ਵਿਖੇ ਵਿਸ਼ੇਸ਼ ਦੀਵਾਨ ਸਜੇ। ਸ੍ਰੀ ਅਖੰਡ ਪਾਠ ਵਾਲੇ ਅਸਥਾਨ 'ਤੇ ਸ੍ਰੀ ਅਖੰਡ ਪਾਠ ਦੀ ਸਮਾਪਤੀ ਉਪਰੰਤ ਕੀਰਤਨ ਕਥਾ ਪ੍ਰਵਚਨ ਹੋਏ, ਜਿਸ ਵਿੱਚ ਹਜ਼ੂਰੀ ਕਥਾਵਾਚਕ ਗਿਆਨੀ ਗਗਨਦੀਪ ਸਿੰਘ ਜੀ, ਗਿਆਨੀ ਸੁਖਦੇਵ ਸਿੰਘ ਜੀ ਨੇ ਬਾਬਾ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਸਰਵਣ ਕਰਾਇਆ। ਜੈਸੇ ਮਹਾਨ ਤਿਆਗੀ ਬੈਰਾਗੀ ਸਾਧੂ ਸੁਭਾਅ ਵਾਲੇ ਸਾਡੇ ਵਿਦਿਆ ਦਾਤੇ ਗੁਰਦੇਵ ਸ੍ਰੀਮਾਨ ਸੰਤ ਬਾਬਾ ਅਜੀਤ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਨ। ਭਿੰਡਰ ਕਲਾਂ ਉਹਨਾਂ ਦਾ ਜੱਦੀ ਪਿੰਡ ਸੀ। ਔਰ ਮਾਤਰ ਪਿਤਰ ਤਿਆਗ ਕੇ ਮਨ ਸੰਤਨ ਪਾਹੇ ਵਿੱਚ ਆਇਓ। ਬਚਪਨ ਵਿੱਚ ਹੀ ਮਾਤਾ ਪਿਤਾ ਨੂੰ ਛੱਡ ਕਰਕੇ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਪਾਸ ਆਪਣਾ ਮਨ ਵੇਚ ਦਿੱਤਾ। ਜੱਥੇ ਵਿੱਚ ਰਹਿਣ ਲੱਗੇ। ਔਰ 300 ਸਾਲਾ ਜਦੋਂ ਕਲਗੀਧਰ ਦਸਮੇਸ਼ ਪਿਤਾ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ, ਉਸ ਸਮੇਂ ਭਿੰਡਰਾਂ ਜੱਥਾ ਇਸ ਅਸਥਾਨ 'ਤੇ ਆਇਆ ਸੀ।
ਪਟਨਾ ਸਾਹਿਬ ਦੀਆਂ ਸੰਗਤਾਂ ਦੇ ਬੇਨਤੀ ਕਰਨ ਤੇ ਕਿ ਮਹਾਂਪੁਰਸ਼ੋ ਕੋਈ ਕਥਾਵਾਚਕ ਸਾਨੂੰ ਦਿਓ, ਇੱਥੇ ਅਸੀਂ ਕਥਾ ਸੁਣ ਸਕੀਏ। ਤੇ ਸਾਡੇ ਉਸਤਾਦ ਜੀ ਨੂੰ ਵਿਦਿਆ ਦਾਤੇ ਸ਼੍ਰੀਮਾਨ ਸੰਤ ਗਿਆਨੀ ਅਜੀਤ ਸਿੰਘ ਜੀ ਨੂੰ ਛੱਡ ਦਿੱਤਾ ਕਿ ਸੂਰਮਾ ਸਿੰਘ ਜੀ ਨੇਤਰਹੀਨ ਸਨ, ਸੂਰਮਾ ਸਿੰਘ ਜੀ ਇੱਥੇ ਕਥਾ ਦੀ ਸੇਵਾ ਨਿਭਾਓ। ਕਾਫੀ ਸਮੇਂ ਤੱਕ 1967 ਤੋਂ ਲੈ ਕਰਕੇ 2002 ਤੱਕ ਕਥਾ ਨਿਭਾਉਂਦੇ ਰਹੇ, ਲਗਾਤਾਰ ਦੋਨੇ ਟਾਈਮ ਕਥਾ ਕਰਦੇ ਰਹੇ। ਔਰ ਜਦੋਂ ਆਪਣੇ ਅਸਥਾਨ ਤੇ ਹਮੇਸ਼ਾ ਸ੍ਰੀ ਅਖੰਡ ਪਾਠ, 2 ਸ੍ਰੀ ਅਖੰਡ ਪਾਠ ਰਖਾਇਆ ਕਰਦੇ ਸਨ, ਜਪਜੀ ਸਾਹਿਬ ਤੇ ਜਾਪ ਸਾਹਿਬ ਨਾਲ। ਫਿਰ ਅਰਦਾਸ ਪਹਿਲਾਂ ਤਾਂ ਆਪ ਕਰਦੇ ਰਹੇ, ਉਪਰੰਤ ਸਾਡੇ ਮਾਨਯੋਗ ਭਾਈ ਰਾਜਿੰਦਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਪਾਸੋਂ ਅਰਦਾਸ ਕਰਾਉਂਦੇ ਰਹੇ। ਫਿਰ ਭਾਈ ਬਲਦੇਵ ਸਿੰਘ ਜੀ ਐਡੀਸ਼ਨਲ ਹੈੱਡ ਗ੍ਰੰਥੀ, ਉਹਨਾਂ ਪਾਸੋਂ ਅਰਦਾਸ ਕਰਾਉਂਦੇ ਰਹੇ। ਔਰ ਇਹ ਕਹਿੰਦੇ ਰਹੇ ਕਿ ਅਰਦਾਸ ਕਰੋ ਕਲਗੀਧਰ ਦਸ਼ਮੇਸ਼ ਪਿਤਾ ਜੀ, ਪੁਰਾਤਨ ਸਿੱਖ ਮਰਜ਼ਾਦਾ ਕਾਇਮ ਰਹੇ। ਔਰ ਗੁਰ ਇਤਿਹਾਸ ਦੀ ਕਥਾ ਸਿੰਘ ਸਮਾਵਾਂ ਤਖਤਾਂ 'ਤੇ ਸਭ ਜਗ੍ਹਾ 'ਤੇ ਗੁਰ ਅਸਥਾਨਾਂ 'ਤੇ ਗੁਰ ਇਤਿਹਾਸ ਦੀ ਕਥਾ ਜ਼ਰੂਰ ਹੋਵੇ। ਇਹ ਬਾਬਾ ਜੀ ਦਾ ਮੁੱਖ ਉਦੇਸ਼ ਸੀ। ਸੋ ਅੱਜ 9ਵੀਂ ਬਰਸੀ ਮਨਾਈ ਗਈ। ਔਰ ਐਸੀ ਮਹਾਨ ਆਤਮਾ, ਮਹਾਨ ਸ਼ਖਸੀਅਤ ਕਦੇ ਕਦੇ ਪ੍ਰਿਥਵੀ 'ਤੇ ਆਉਂਦੀ ਹੈ। ਅਸੀਂ ਉਹਨਾਂ ਦੇ ਬਹੁਤ ਰਿਣੀ ਹਾਂ ਜਿਨ੍ਹਾਂ ਨੇ ਅਨੇਕਾਂ ਹੀ ਵਿਦਿਆਰਥੀ ਸਾਡੇ ਵਰਗੇ ਕਥਾਵਾਚਕ ਬਣਾਏ ਔਰ ਬਹੁਤ ਸਾਰੇ ਪਾਠੀ ਔਰ ਪ੍ਰਚਾਰਕ ਬਣਾਏ। ਸਭ ਅਸੀਂ ਸਾਰੇ ਵਿਦਿਆਰਥੀ ਅਸੀਂ ਉਹਨਾਂ ਦੇ ਰਿਣੀ ਹਾਂ। ਸੋ ਇਸ ਤਰ੍ਹਾਂ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਹਨ। ਪੈਂਦੇ ਖਾਂ ਪਠਾਨ ਘੋੜੇ 'ਤੇ ਅਸਵਾਰ ਹੋ ਕੇ ਸ਼ਿਕਾਰ ਦੇ ਬਹਾਨੇ ਉਜਾੜਾਂ ਵਿੱਚ ਗਿਆ, ਜੰਗਲ 'ਚ ਵਿਚਰਦਾ ਰਿਹਾ। ਫਿਰ ਪਿੰਡ ਦੇ ਨੇੜੇ ਇੱਕ ਬਾਗ ਸੀ, ਉਸ ਵਿੱਚ ਚਲਾ ਗਿਆ। ਸ੍ਰੀ ਗੁਰ ਦਿੱਤਾ ਪਿਤਾ ਬਚਨ ਤੇ, ਇੱਧਰ ਬਾਬਾ ਗੁਰਦਿੱਤਾ ਜੀ ਆਪਣੇ ਗੁਰੂ ਪਿਤਾ ਜੀ ਦੇ ਬਚਨਾਂ ਨੂੰ, ਹੁਕਮ ਨੂੰ ਮੰਨਦਿਆਂ ਹੋਇਆ ਪ੍ਰਾਤ ਭਏ ਤਿਆਰੀ ਨਿਜ ਕੀਨ, ਸਵੇਰ ਹੁੰਦਿਆਂ ਸਾਰ ਤਿਆਰੀ ਕਰਵਾਈ। ਸੁੰਦਰ ਹੈ ਪਰ ਜੀਨ ਪਵਾਇਵ, ਸੁੰਦਰ ਘੋੜੇ ਤੇ ਜੀਨ ਕਾਠੀ ਪਵਾਈ ਬਾਬਾ ਗੁਰਦਿੱਤਾ ਜੀ ਨੇ। ਮੀਰ ਸ਼ਿਕਾਰ ਹਕਾਰ ਸੋਲੀਨ, ਮੀਰ ਸ਼ਿਕਾਰੀਆਂ ਨੂੰ ਵੀ ਸੱਦ ਲਿਆ। ਅਪਰ ਸੁਪਾਟ ਕਛ ਸੰਗ ਚੜਾਇਵ, ਹੋਰ ਸਿੱਖ ਸੂਰਮੇ ਨਾਲ ਚੜਾ ਲਏ। ਪੈਂਦੇ ਖਾਂ ਆਇਵ ਨਹਿ ਚੀਨ, ਤੇ ਬਾਬਾ ਗੁਰਦਿੱਤਾ ਜੀ ਨੇ ਕਿਹਾ ਪੈਂਦੇ ਖਾਂ ਪਠਾਨ ਅਜੇ ਤੱਕ ਨਹੀਂ ਆਇਆ। ਗੁਰੂ ਪਿਤਾ ਜੀ ਨੇ ਕਿਹਾ ਸੀ, ਮੇਰੇ ਸਾਹਮਣੇ ਸੁਣਾ ਕੇ ਕਿਹਾ ਸੀ ਕਿ ਬਾਬਾ ਗੁਰਦਿੱਤਾ ਜੀ ਦੇ ਨਾਲ ਤੂੰ ਜਾਈ, ਇਹੀ ਪੁਸ਼ਾਕ ਪਹਿਨ ਕੇ ਖੰਡਾ ਲੈ ਕੇ ਘੋੜੇ ਤੇ ਸਵਾਰ ਹੋ ਕੇ ਆਵੀਂ। ਪਰ ਅਜੇ ਤੱਕ ਆਇਆ ਕਿਉਂ ਨਹੀਂ? ਕਰਦ ਪ੍ਰਤੀਖਨ ਬਹੁਰ ਅਰੂਡੇ, ਬਹੁਤ ਚਿਰ ਉਡੀਕਦੇ ਰਹੇ ਬਾਬਾ ਗੁਰਦਿੱਤਾ ਜੀ। ਫਿਰ ਚੜ ਕੇ ਚੱਲ ਪਏ। ਲੈ ਕਰ ਸਾਥ ਸੋ ਬਾਜ ਨਵੀਨ, ਔਰ ਨਾਲ ਨਵਾਂ ਬਾਜ ਜੋ ਚਿੱਟਾ ਸੀ, ਜੋ ਸਿੱਖ ਸੌਦਾਗਰ ਭੇਟਾ ਕਰ ਗਿਆ ਸੀ। ਬਾਬਾ ਗੁਰਦਿੱਤਾ ਜੀ ਜੋ ਵੱਡੇ ਸਾਹਿਬਜ਼ਾਦੇ ਹਨ 6ਵੇਂ ਪਾਤਸ਼ਾਹ ਜੀ ਦੇ, ਉਹ ਚਿੱਟਾ ਅਮੋਲਕ ਬਾਜ ਲੈ ਕੇ ਸ਼ਿਕਾਰ ਕਰਨ ਨੂੰ ਚੜ ਕੇ ਚੱਲ ਪਏ। ਗਮ ਨੇ ਜਬ ਉਦਿਆਨ ਪਹੁੰਚੇ, ਚਲਦੇ ਹੋਏ ਜਦੋਂ ਜੰਗਲ ਵਿੱਚ ਗਏ, ਬਾਜ ਬਿਹੰਗਨ ਪਰ ਛੁਟਵਾਏ, ਔਰ ਬਾਜ ਨੂੰ ਪੰਛੀਆਂ ਦੇ ਉੱਪਰ ਛਡਵਾ ਦਿੱਤਾ। ਕਹੇ ਕਿ ਤਕ ਤਿਸ ਤਾਮੋ ਦੇ ਪੁਨ, ਔਰ ਉਸ ਬਾਜ ਨੇ ਬੜੇ ਪੰਛੀ ਫੜੇ, ਪੰਛੀਆਂ ਦੇ ਮਾਂਸ ਨੂੰ ਖਾਦਾ। ਆਦਿਕ ਸ਼ਿਕਾਰ ਕੀਨ ਮਨ ਭਾਏ, ਮਨ ਭਾਉਂਦਾ ਬਹੁਤ ਸ਼ਿਕਾਰ ਕੀਤਾ ਬਾਬਾ ਗੁਰਦਿੱਤਾ ਜੀ ਨੇ। ਕਰ ਸਰਾਹਨ ਬਾਜ ਅਮੋਲਕ, ਬਾਬਾ ਗੁਰਦਿੱਤਾ ਜੀ ਬਾਜ ਦੀ ਸਰਾਹਨਾ ਕਰਦੇ ਹਨ, ਬੜਾ ਅਮੋਲਕ ਦੁਰਲਭ ਬਾਜ ਹੈ। ਇਸਕੇ ਸਾਹਮਣੇ ਪਿਖਿਓ ਕਦਾਏ, ਔਰ ਇਹਦੇ ਸਮਾਨ ਐਸਾ ਬਾਜ ਕਦੇ ਮੈਂ ਦੇਖਿਆ ਨਹੀਂ। ਝਪਟਤ ਖਗ ਕੋ ਜਾਨ ਨ ਦੇਤੋ, ਕਿਸੇ ਪੰਛੀ ਨੂੰ ਜਾਣ ਨਹੀਂ ਦਿੰਦਾ, ਐਸਾ ਝਪੱਟਾ ਮਾਰਦਾ, ਦਬੋਚ ਲੈਂਦਾ ਹੈ। ਭਖਿਅਤ ਮਾਸ ਭਇਓ ਤ੍ਰਿਪਤਾਏ, ਉਹ ਬਾਜ ਮਾਂਸ ਖਾ ਕੇ ਪੰਛੀਆਂ ਦਾ ਤ੍ਰਿਪਤ ਹੋ ਗਿਆ, ਰੱਜ ਗਿਆ। ਭਇਓ ਅਘਾਏ ਨ ਤਿਆਗਿਓ ਸੋਪਨ, ਔਰ ਜਦੋਂ ਰੱਜ ਗਿਆ ਤੇ ਮਾਂਸ ਖਾਣਾ ਛੱਡ ਦਿੱਤਾ। ਸ੍ਰੀ ਗੁਰ ਦਿੱਤੇ ਹਟਬੋ ਕੀਨ, ਇੱਧਰ ਬਾਬਾ ਗੁਰਦਿੱਤਾ ਜੀ ਨੇ
ਸ੍ਰੀ ਪੂਰਨ ਸ੍ਰੀ ਗੁਰ ਦਿੱਤੇ ਹਟਵੇ ਕੀਨ, ਹਟਣਾ ਕੀਤਾ ਪਿਛਾਂ ਨੂੰ, ਮੁੜਨਾ ਕੀਤਾ। ਦਿਨ ਕੁਛ ਚੜਿਓ ਘਾਮ ਪਾਤੀਛਨ, ਔਰ ਤੀਖਨ ਭੀਖਨ ਗਰਮੀ ਧੁੱਪ ਚੜ ਗਈ ਤੇ ਵਾਪਸ ਮੁੜਨਾ ਚਾਹਿਆ। ਸ੍ਰੀ ਕਰਤਾਰਪੁਰੇ ਮਗਲੀਨ, ਸ੍ਰੀ ਕਰਤਾਰਪੁਰ ਸਾਹਿਬ ਦਾ ਰਸਤਾ ਲਿਆ। ਪੈਂਦ ਖਾਨ ਕੇ ਗ੍ਰਾਮ ਬਰੋਬਰ, ਔਰ ਪੈਂਦ ਖਾਨ ਪਠਾਨ ਦਾ ਪਿੰਡ ਬਰਾਬਰ ਸੀ। ਹੋਤੀ ਝੀਲ ਤਹ ਆਏ ਸੋ ਚੀਨ, ਔਰ ਉਸ ਦੇ ਪਿੰਡ ਦੇ ਨੇੜੇ ਇੱਕ ਝੀਲ ਸੀ। ਝੀਲ ਜਦੋਂ ਨੇੜੇ ਆਇਆ ਪਿੰਡ ਦੇ, ਨਿਕਸ ਸੁਕਾਬ ਚਲਿਓ ਉਡ ਨਭ ਕੋ, ਸੁਰਖਾਬ ਪੰਛੀ ਹਮੇਸ਼ਾ ਝੀਲਾਂ ਦੇ ਪਾਸ ਰਹਿੰਦਾ ਹੈ। ਜਿੱਥੇ ਝੀਲ ਹੋਵੇਗੀ ਉੱਥੇ ਸੁਰਖਾਬ ਪੰਛੀ ਜ਼ਰੂਰ ਹੋਵੇਗਾ। ਝੁੰਡ ਦੇ ਝੁੰਡ ਝੀਲ ਦੇ ਕਿਨਾਰੇ ਰਹਿੰਦੇ ਹਨ। ਦਾਸ ਇੱਕ ਵਾਰੀ ਭੋਪਾਲ ਗਿਆ ਸੀ, ਉੱਥੇ ਇੱਕ ਝੀਲ ਹੈ, ਉੱਥੇ ਬਹੁਤ ਸਾਰੇ ਸੁਰਖਾਬ ਪੰਛੀ ਝੁੰਡ ਦੇ ਝੁੰਡ ਬੈਠੇ ਰਹਿੰਦੇ ਹਨ। ਸੋ ਪਿੰਡ ਦੇ ਨੇੜੇ ਝੀਲ ਤੇ ਉੱਥੇ ਇੱਕ ਸੁਰਖਾਬ ਪੰਖੀ ਜੇ ਦੇਖਿਆ। ਸਭਨ ਬਿਲੋਕਿਓ ਤਿਤ ਦ੍ਰਿਗ ਦੀਨ, ਔਰ ਉਧਰ ਨਿਗਾਹ ਕਰਕੇ ਦੇਖਣਾ ਕੀਤਾ। ਸ੍ਰੀ ਗੁਰ ਦਿੱਤੇ ਹੁਕਮ ਕਰਿਓ ਤਬ, ਉਸ ਸੁਰਖਾਬ ਪੰਛੀ ਨੂੰ ਦੇਖ ਕਰਕੇ ਬਾਬਾ ਗੁਰਦਿੱਤਾ ਜੀ ਨੇ ਆਪਣੇ ਸੂਰਮਿਆਂ ਨੂੰ ਹੁਕਮ ਕੀਤਾ, ਤਜੋ ਬਾਜ ਇਸ ਲਿਹੋ ਗਹਾਏ, ਬਾਜ ਨੂੰ ਛੱਡ ਕੇ ਸੁਰਖਾਬ ਪੰਛੀ ਨੂੰ ਫੜਾਉਣਾ ਕਰੋ। ਮੀਰ ਸਿਕਾਰ ਹਟਤ ਬਹੁ ਤੇਰਾ, ਔਰ ਮੀਰ ਸ਼ਿਕਾਰੀ ਬਹੁਤ ਹੀ ਪਰਚਾਉਂਦੇ ਰਹੇ, ਬਾਜ ਨੂੰ ਛੱਡਣਾ ਚਾਹੁੰਦੇ। ਅਬ ਇਹ ਗਹਿ ਨ ਰਹਿ ਤ੍ਰਿਪਤਾਏ, ਉਹ ਮਨਾ ਕਰਦੇ ਰਹੇ ਬਾਬਾ ਗੁਰਦਿੱਤਾ ਜੀ ਨੂੰ। ਮੀਰ ਸ਼ਿਕਾਰੀਆਂ ਨੇ ਕਿਹਾ ਕਿ ਇਹ ਬਾਜ ਹੁਣ ਰੱਜ ਗਿਆ, ਹੁਣ ਸ਼ਿਕਾਰ ਨਹੀਂ ਕਰੇਗਾ, ਕਿਉਂਕਿ ਬਾਜ ਦੇ ਵਿੱਚ ਇੱਕ ਖਾਮੀ ਹੈ। ਜਦੋਂ ਰੱਜ ਜਾਂਦਾ ਹੈ ਫਿਰ ਕਿੰਨੇ ਵੀ ਪੰਛੀ ਹੋਣ ਉਹਦੇ ਮਗਰ ਦੌੜਦਾ ਨਹੀਂ। ਰੱਜਿਆ ਹੋਇਆ ਜਾਨਵਰ ਮੁੜ ਕੇ ਸ਼ਿਕਾਰ ਨਹੀਂ ਕਰਦਾ ਹੈ। ਜਦੋਂ ਭੁੱਖਾ ਹੁੰਦਾ ਉਦੋਂ ਹੀ ਸ਼ਿਕਾਰ ਕਰਦਾ ਹੈ, ਜਦੋਂ ਰੱਜ ਜਾਂਦਾ ਫਿਰ ਸ਼ਿਕਾਰ ਨਹੀਂ ਕਰਦਾ। ਮੀਰ ਸ਼ਿਕਾਰੀਆਂ ਨੇ ਬਾਬਾ ਗੁਰਦਿੱਤਾ ਜੀ ਨੂੰ ਸਮਝਾਇਆ, ਤਉ ਛੁਟਵਾਇਵ ਗਇਓ ਗਗਨ ਕੋ, ਫਿਰ ਵੀ ਬਾਬਾ ਗੁਰਦਿੱਤਾ ਜੀ ਨੇ ਮੀਰ ਸ਼ਿਕਾਰੀਆਂ ਨੂੰ ਕਹਿ ਕੇ ਬਾਜ ਛਡਵਾਇਆ। ਉੱਡ ਕੇ ਆਕਾਸ਼ ਵੱਲ ਗਿਆ ਤਾਂ ਸਹੀ, ਨਹਿ ਸੁਕਾਬ ਕੋ ਪਾਛੈ ਧਾਏ, ਆਕਾਸ਼ ਵੱਲ ਉੱਡਿਆ ਤਾਂ ਸਹੀ, ਪਰ ਸੁਰਖਾਬ ਪੰਛੀ ਦੇ ਮਗਰ ਦੌੜਿਆ ਨਹੀਂ, ਉੱਡਿਆ ਨਹੀਂ। ਜੈ ਅਸਮਾਨ ਖਾਨ ਥੋ ਉਤਰਿਓ, ਔਰ ਉਸੇ ਜੰਗਲ ਵਿੱਚ ਅਸਮਾਨ ਖਾਨ ਪੈਂਦੇ ਖਾਂ ਪਠਾਨ ਦਾ ਦਮਾਦ ਉਤਰਿਆ ਹੋਇਆ ਸੀ। ਇਸੀ ਬਾਗ ਮੈਂ ਪਰਵੇਸਿਓ ਜਾਏ, ਉਸੇ ਬਾਗ ਵਿੱਚ ਪ੍ਰਵੇਸ਼ ਹੋ ਗਿਆ ਉਹ ਬਾਜ। ਉਤੇ ਬਿਹੰਗ ਉਡੇ ਤਹਿ ਸਭਹੀ, ਔਰ ਬਾਜ ਨੂੰ ਦੇਖ ਕੇ ਸਾਰੇ ਪੰਛੀ ਉੱਡ ਗਏ। ਪੰਛੀ ਵੀ ਸਾਰੇ ਜਾਨਵਰ ਇੱਕ ਦੂਜੇ ਤੋਂ ਡਰਦੇ ਹਨ। ਜਦੋਂ ਸ਼ੇਰ ਆ ਜਾਵੇ ਤੇ ਜੰਗਲ ਦੇ ਸਾਰੇ ਜਾਨਵਰ ਇੱਧਰ ਉੱਧਰ ਭੱਜ ਜਾਂਦੇ ਹਨ, ਔਰ ਬਾਜ ਨੂੰ ਦੇਖ ਕੇ ਸਾਰੇ ਪੰਛੀ ਉੱਡ ਜਾਂਦੇ ਹਨ। ਦੇਖਤ ਭਇਓ ਖਾਨ ਅਸਮਾਨ, ਅਸਮਾਨ ਖਾਨ ਉਹ ਦੇਖਦਾ ਰਿਹਾ। ਬੈਠਿਓ ਬਾਜ ਸਫੈਦ ਕਿਸਮ ਕੋ, ਔਰ ਜਦੋਂ ਅਸਮਾਨ ਖਾਨ ਨੇ ਸਫੈਦ ਕਿਸਮ ਦਾ ਬਾਜ ਦੇਖਿਆ, ਔਰ ਬੈਠਿਓ ਬਾਜ ਸਫੈਦ ਕਿਸਮ ਕੋ, ਸਫੈਦ ਚਿੱਟਾ ਬਾਜ ਬੈਠਿਆ ਦੇਖਿਆ। ਪਕਰਨ ਕੇ ਹਿਤ ਜਤਨ ਸੁਠਾਨ, ਉਸ ਬਾਜ ਨੂੰ ਫੜਨ ਵਾਸਤੇ ਯਤਨ ਕਰਨ ਲੱਗਿਆ। ਜਿਉ ਕਿਉ ਕਰਕੇ ਪਕੜ ਲੀਨ ਤਿਸ, ਜਿਵੇਂ ਕਿਵੇਂ ਕਰਕੇ ਹੀਲਾ ਵਸੀਲਾ ਕਰਕੇ ਉਹ ਚਿੱਟੇ ਬਾਜ ਨੂੰ ਅਸਮਾਨ ਖਾਨ ਨੇ ਫੜ ਲਿਆ। ਦਿਓ ਖੁਦਾਏ ਆਪ ਮੁਝ ਆਨ, ਔਰ ਕਹਿਣ ਲੱਗਿਆ ਖੁਦਾ ਨੇ ਆਪ ਸਾਨੂੰ ਲਿਆ ਕੇ ਦਿੱਤਾ ਬਾਜ। ਆਏ ਪਿਛਾਰੀ ਦੇਖ ਕੋਏ ਨਾ, ਔਰ ਕੋਈ ਪਿੱਛੋਂ ਆ ਕੇ ਦੇਖ ਨਾ ਲਵੇ। ਜਾਂ ਤੇ ਕੀਨਸ ਸੇਗਰ ਪਿਆਨ, ਜਾਂ ਤੇ ਉਹ ਬਾਜ ਫੜ ਕਰਕੇ ਛੇਤੀ ਪ੍ਰਸਥਾਨ ਕਰ ਲਿਆ, ਕਿਤੇ ਕੋਈ ਦੇਖ ਨਾ ਲਵੇ, ਖੋ ਨਾ ਲਵੇ। ਡਰਦਾ ਹੋਇਆ ਚਿੱਟਾ ਬਾਜ ਫੜ ਕੇ ਜੋ ਬਾਬਾ ਗੁਰਦਿੱਤਾ ਜੀ ਨੇ ਛਡਵਾਇਆ ਸੀ, ਉਸ ਬਾਗ ਵਿੱਚ, ਜਿਸ ਬਾਗ ਵਿੱਚ ਅਸਮਾਨ ਖਾਨ ਉਤਰਿਆ ਸੀ, ਉੱਥੇ ਜਾ ਬੈਠਾ ਇੱਕ ਥਾਂ ਤੇ। ਆਸਾਨੀ ਦੇ ਨਾਲ ਫੜ ਲਿਆ, ਛੇਤੀ ਦੇ ਨਹੀਂ ਉਹ ਆਪਣੇ ਪਿੰਡ ਨੂੰ ਵਾਪਸ ਮੁੜ ਗਿਆ। ਸੋ ਸਾਧ ਸੰਗਤ ਜੀ, ਇੱਥੇ ਕਥਾ ਵਿਰਾਮ ਤੇ ਆ ਗਈ। ਅਗਲੀ ਕਥਾ ਅਗਲੇ ਪ੍ਰਕਰਨ ਅੰਦਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਮਾਂ ਸਮਾਪਤ ਹੈ। ਆਓ 2 ਮਿੰਟ ਵਾਹਿਗੁਰੂ ਗੁਰਮੰਤਰ ਦੀ ਹਾਜ਼ਰੀ ਲਾਈਏ, ਉਪਰੰਤ ਸਮਾਪਤੀ ਹੈ।
ਊਠਤ ਬੈਠਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਵਾਹਿਗੁਰੂ ਗੁਰਮੰਤਰ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ। ਵਾਹਿਗੁਰੂ ਗੁਰਮੰਤਰ ਦਾ ਅਖੰਡ ਜਾਪ ਕਰਨਾ ਚਾਹੀਦਾ ਹੈ। ਹਰ ਇੱਕ ਗੁਰਸਿੱਖ ਮਾਈ ਭਾਈ ਨੂੰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ 3 ਮੰਤਰਾਂ ਦੀ ਬਖਸ਼ਿਸ਼ ਕੀਤੀ ਹੈ। ਇੱਕ ਮੂਲ ਮੰਤਰ ਜੋ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਹੈ, ਮੁਕੰਮਲ ਮੂਲ ਮੰਤਰ। ਤੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਤੀਜਾ ਮੰਤਰ ਮਾਲਾ ਮੰਤਰ ਹੈ ਜੋ ਸੰਪੂਰਨ ਜਪਜੀ ਸਾਹਿਬ ਜੋ ਸੁਮੇਰ ਪਰਬਤ ਤੇ ਸਿੱਧਾਂ ਦੇ ਨਾਲ ਚਰਚਾ ਕਰਦਿਆਂ ਉਚਾਰੀ ਹੈ। ਵਾਹਿਗੁਰੂ ਮੰਤਰ ਦਾ ਬੜਾ ਮਹੱਤਵ ਹੈ ਜੋ ਚਾਰੇ ਪਦਾਰਥਾਂ ਨੂੰ ਦੇਣ ਵਿੱਚ ਸਮਰੱਥ ਹੈ, ਚਾਰੇ ਮੁਕਤੀਆਂ ਦਿੰਦਾ ਹੈ। ਸੋ ਆਓ 2 ਮਿੰਟ ਹਾਜ਼ਰੀ ਲਾਈਏ। ਵਾਹਿਗੁਰੂ 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 ਹਰ ਹਰ ਨਾਮ ਜਪੰਤਿਆਂ ਕਛ ਨ ਕਹੈ ਜਮਕਾਲ। ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।